ਆਪ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਬਰ ਨ ਕੋਈ ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸੁਆਮੀ। ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਣ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮਦੀ। ਨੂਰ ਅਰਸੋ ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ ਘਰ ਅਠਵਾ ਅੰਜਲੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ।
जिस गृह बहुत तिस गृह चिंता, जिस गृह थोरी सो फिरै भ्रमता। जिस गृह बहुत तिसै गृह चिंता, जिस गृह थोरी सो फिरै भ्रमता। दूहु व्यवस्था ते जो मुक्ता, सोई सुहेला भालीऐ। गृह राज मह नरक उदास करोधा, बहु विद वेद पाठ सब सोधा। देही मह जो रह अलिपता, तिस जन की पूरन कालीऐ। जागत सूता भरम विगूता, बिन गुर मुक्त न होइਐ मीता। साध संग टुटहै हों बंधन, एको एक निहालीऐ। कर्म करै तां बद्धा, नह करै तां निंदा। मोह मगन मन व्याप्या चिंदा, गुर प्रसाद सुख दुख सम जानै। घट घट राम हियालीऐ, संसार मह सहसा व्यापै। अकथ कथा अगोचर नहीं जापै, जिसह बुझाए सोई बूझै। ओह बालक वांगी पालीऐ, छोड़ बह तो छूटै नाही। जो संचै तो पो मन माही, इस ही मह जिसकी पत राखै। तिस साधु चौर ढालीऐ, जो सूरा तिस ही होए मरना। जो भागै तिस जोनी फिरना, जो वरताए सोई भल मानै। बुझ हुक्मै दुरमत जालीऐ, जित जित लावै तित तित लगना। कर कर वेखै अपने जचना, नानक के पूर्ण सुख दाते। तू देह ता नाम संभालीऐ, जित जित लावै तित तित लगना। कर कर वेखै अपने जचना, नानक के पूर्ण सुख दाते। तू देह ता नाम संभालीऐ। वाहिगुरु जी का खालसा, वाहिगुरु जी की फतेह। परम सन्मानयोग जुगो जुग अटल, चबर छत्र तख दे मालक। बाणी के बोहित जाहरा जहूर, हाजरा हजूर। सर्व कला समरथ धन धन साहिब। श्री गुरु ग्रंथ साहिब सच्चे सतगुरु जी की पावन पवित्र निੱਘੀ गोद अंदर जुड़ बैठे गुरु रूप गुरु सवारे सत संगी जनो। आप जी वड्डियां भागां वाले हो, जो दशमेश पिता गुरु कलगीधर सतगुरु अमृत के दाते सर्वंस दानी। सहबे कमाल धन धन साहिब।
श्री गुरु गोबिंद सिंह महाराज जी की चरण छो धरती, महान पवित्र अस्थान गुरुद्वारा मंजी साहिब आलमगीर विखे ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਬਦ ਆਪ ਜੀ ਨੇ ਸ਼ਰਵਣ ਕੀਤਾ ਹੈ, ਕੱਲ੍ਹ ਵਾਲੀ ਵਿਚਾਰ ਦੇ ਵਿੱਚ ਪਹਿਲੇ 2 ਪਦਿਆਂ ਦੀ ਵਿਚਾਰ ਸਤਿਗੁਰੂ ਜੀ ਨੇ ਆਪ ਕਰਵਾਈ ਸੀ ਬਖਸ਼ਿਸ਼ ਕਰਕੇ, ਜਿਹਦੇ ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਕੀਆਂ ਸਿੱਖ ਸੰਗਤਾਂ ਜਗਿਆਸੂ ਜਨ ਪਾਤਸ਼ਾਹ ਦੇ ਚਰਨਾਂ ਵਿੱਚ ਮਾਇਆ ਦੇ ਪਰਥਾਏ ਵਿਚਾਰ ਚਰਚਾ ਕਰ ਰਹੇ ਹਨ। ਸਤਿਗੁਰਾਂ ਨੂੰ ਸਵਾਲ ਕੀਤੇ ਤੇ ਪਾਤਸ਼ਾਹ ਜੀ ਮਾਇਆ ਦੇ ਪਰਥਾਏ ਉਪਦੇਸ਼ ਬਖਸ਼ਿਸ਼ ਕਰਕੇ ਲੋਕਾਈ ਦਾ ਭਲਾ ਕਰ ਰਹੇ, ਦੱਸ ਰਹੇ ਨੇ ਕਿ ਕਿਸ ਤਰ੍ਹਾਂ ਜਦੋਂ ਜੀਵ ਦੇ ਕੋਲ ਮਾਇਆ ਆਉਂਦੀ ਹੈ ਉਹ ਵੀ ਦੁਖੀ ਹੁੰਦਾ ਹੈ, ਜਿਹਦੇ ਕੋਲ ਮਾਇਆ ਨਾ ਹੋਵੇ ਉਹ ਵੀ ਦੁਖੀ ਹੁੰਦਾ ਹੈ। ਪਾਤਸ਼ਾਹ ਕਹਿੰਦੇ ਜਿਹਦੇ ਘਰ ਦੇ ਵਿੱਚ ਬਹੁਤ ਸਾਰੀ ਮਾਇਆ ਹੈ ਉਸ ਜੀਵ ਨੂੰ ਚਿੰਤਾ ਲੱਗੀ ਰਹਿੰਦੀ ਹੈ ਹਰ ਸਮੇਂ ਕਿ ਕਿਤੇ ਮੇਰਾ ਇਹ ਜਿਹੜਾ ਧਨ ਹੈ ਚੋਰੀ ਨਾ ਹੋ ਜਾਵੇ, ਕੋਈ ਛਾਪਾ ਨਾ ਵੱਜ ਜਾਵੇ, ਧਾੜ ਵੀ ਲੁੱਟ ਕੇ ਨਾ ਲੈ ਜਾਣ, ਇਤਿਆਦਿਕ ਇਹ ਚਿੰਤਾ ਲੱਗੀ ਕਿੱਥੇ ਇਸ ਮਾਇਆ ਨੂੰ ਸੈੱਟ ਕਰਾਂ। ਉਹ ਵੀ ਚਿੰਤਾ ਵਿੱਚ ਹੈ ਜਿਹਦੇ ਕੋਲ ਮਾਇਆ ਹੈ। ਜਿਸ ਗ੍ਰਹਿ ਥੋਰੀ ਸੋ ਫਿਰੈ ਭ੍ਰਮਤਾ, ਜਿਹਦੇ ਘਰ ਵਿੱਚ ਮਾਇਆ ਥੋੜ੍ਹੀ ਹੈ, ਮਸਾਂ ਹੀ ਘਰ ਦਾ ਗੁਜ਼ਰਾਨ ਚੱਲਦਾ ਹੈ, ਤੇ ਸਤਿਗੁਰੂ ਕਹਿੰਦੇ ਉਹ ਵੀ ਦੁਖੀ ਹੈ। ਉਸ ਮਾਇਆ ਨੂੰ ਪ੍ਰਾਪਤ ਕਰਨ ਲਈ ਉਹ ਦਰ ਦਰ 'ਤੇ ਭਟਕਦਾ ਕਿ ਇੱਧਰੋਂ ਪ੍ਰਾਪਤ ਉੱਧਰੋਂ ਪ੍ਰਾਪਤ ਹੋ ਜਾਵੇ, ਪਰ ਮਿਲਦੀ ਕਹਿੰਦੇ ਕਰਮਾਂ ਅਨੁਸਾਰ ਹੈ। ਜਿੰਨੀ ਕੁ ਕਿਸੇ ਦੇ ਕਰਮਾਂ ਵਿੱਚ ਫਲ ਵਿਧਾਤੇ ਨੇ ਲਿਖ ਦਿੱਤੀ ਹੈ, ਉਨੀ ਕੁ ਉਸ ਜੀਵ ਨੂੰ ਫਿਰ ਮਾਇਆ ਪ੍ਰਾਪਤ ਹੁੰਦੀ ਹੈ। ਹੇ ਸਤਿਗੁਰੂ ਜੀ, ਮਾਇਆ ਧਾਰੀ ਵੀ ਦੁਖੀ, ਮਾਇਆ ਤੋਂ ਹੀਣਾ ਪੁਰਸ਼ ਵੀ ਦੁਖੀ, ਗਰੀਬ ਵੀ ਦੁਖੀ ਹੈ, ਫਿਰ ਸੁਖੀ ਕੌਣ ਹੈ? ਤੇ ਸਤਿਗੁਰੂ ਬਚਨ ਕਰਦੇ, ਦੋਹੂ ਵਿਵਸਥਾ ਤੇਜੋ ਮੁਕਤਾ ਸੋਈ ਸੁਹੇਲਾ ਭਾਲੀਆ। ਦੋਹੂ ਵਿਵਸਥਾ ਤੋਂ ਭਾਵ ਮਾਇਆ ਆ ਗਈ, ਕੋਈ ਹੰਕਾਰ ਨਹੀਂ ਕਰਨਾ, ਮਾਇਆ ਚਲੀ ਗਈ ਫਿਰ ਵੀ ਗੁਰੂ ਸਵਾਰਿਓ ਚਿੰਤਾ ਵਿੱਚ ਨਹੀਂ ਡੁੱਬਣਾ। ਉਸ ਮਾਲਕ ਦੀ ਰਜਾ ਵਿੱਚ ਭਾਣੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ। ਕਹਿੰਦੇ ਅਸਲ ਵਿੱਚ ਫਿਰ ਉਹ ਕਹਿੰਦੇ ਮੁਕਤ ਹੈ। ਉਹੀ ਫਿਰ ਕਹਿੰਦੇ ਜਿਹੜਾ ਦੋਨਾਂ ਪਾਸੋਂ ਮੁਕਤ ਜੀਵਨ ਬਤੀਤ ਕਰ ਰਿਹਾ ਹੈ, ਭਾਵ ਜਿਹਨੂੰ ਮਾਇਆ ਪੋਹ ਨਹੀਂ ਸਕਦੀ ਹੈ, ਅਸਲ ਵਿੱਚ ਕਹਿੰਦੇ ਉਹ ਹੈ ਸੁਹੇਲਾ, ਉਹ ਸੁਖੀ ਹੈ। ਸੰਸਾਰ ਵਿੱਚ ਉਹਨੂੰ ਸੁਖੀ ਜਾਣਿਆ ਜਾਂਦਾ ਹੈ। ਅਗਲਾ ਬਚਨ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਧਾ, ਬਹੁ ਵਿਦ ਵੇਦ ਪਾਠ ਸਭ ਸੋਧਾ। ਕਹਿੰਦੇ ਗ੍ਰਸਥ ਜੀਵਨ ਬਤੀਤ ਕਰਦੇ ਆ, ਆਪਣੇ ਘਰ ਦੇ ਵਿੱਚ ਰਹਿ ਰਹੇ ਆ, ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਪਰ ਕਹਿੰਦੇ ਉਸ ਮਾਲਕ ਨੂੰ ਚੇਤੇ ਨਹੀਂ ਕੀਤਾ, ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਜਿਸ ਕਰਕੇ ਨਰਕਾਂ ਦਾ ਅਧਿਕਾਰੀ ਬਣ ਰਿਹਾ ਹੈ। ਬਾਰ-ਬਾਰ ਕਹਿੰਦੇ ਗੱਲ 'ਤੇ ਕਹਿੰਦੇ ਕ੍ਰੋਧ ਕਰਦਾ ਫਿਰਦਾ ਹੈ। ਕਹਿੰਦੇ ਚਾਹੇ ਜਿੰਨੇ ਮਰਜੀ ਬੜੇ ਢੰਗ ਤਰੀਕਿਆਂ ਦੇ ਨਾਲ ਸੋਧ ਕੇ ਵੇਦ ਸ਼ਾਸਤਰਾਂ ਦਾ ਪਾਠ ਕਰ ਲਵੇ, ਧਾਰਮਿਕ ਗ੍ਰੰਥਾਂ ਦਾ ਪਾਠ ਕਰ ਲਵੇ, ਕਹਿੰਦੇ ਜਦੋਂ ਤੱਕ ਕਹਿੰਦੇ ਮਨ ਟਿਕਾ ਦੇ ਵਿੱਚ ਨਹੀਂ ਹੈ, ਉਹ ਤਾਂ ਕੁਝ ਵੀ ਪ੍ਰਾਪਤ ਨਹੀਂ ਹੋਣਾ ਹੈ। ਦੇਹੀ ਮੈਂ ਜੋ ਰਹਿ ਅਲਿਪਤਾ, ਤਿਸ ਜਨ ਕੀ ਪੂਰਨ ਘਾਲੀ ਹੈ। ਜੋ ਪਰਮੇਸ਼ਰ ਸਾਡੀ ਦੇਹੀ ਦੇ ਵਿੱਚ ਹੈ, ਕਿਉਂਕਿ ਪਰਮਾਤਮਾ ਨੇ 5 ਤੱਤਾਂ ਦੇ ਸਰੀਰ ਬਣਾ ਕੇ ਹਰ ਇੱਕ ਜੀਵ ਜੰਤੂ ਦੇ ਵਿੱਚ ਉਹ ਵਾਹਿਗੁਰੂ ਆਪ ਬੈਠ ਗਿਆ।
सतगुरु कहते जिन्हें अपनी देही दे विचों उस मालक नूं फिर लभना कीता, कहते जिन्हें घाल कमाई की या अंदरों खोज की है, कहते उस जन प्यारे की जिहड़ी कीती हुई घाल कमाई पूरी हुंदी है, फिर वो जन प्यारा मालक दे दर ते प्रवान हुंदा है। ये विचार आप जी ने कल वाले दीवाना विच श्रवण कीती सी। हुण सतगुरु पातशाह महाराज जी अगली पौड़ी विच साडे उत्ते बख्शिश कर रहे हैं। आओ अपनियां मन बिरतियां एकागर करिए, ध्यान गुरु चरणां नाल जोड़िए ते सतगुरु महाराज जी दे पावन उपदेश नूं हिरदियां विच वसा के अपना जीवन सफला करिए। करो सारे अपनी रसना पवित्र, आखो जी सतनाम। श्री वाहिगुरु साहिब जी, सतनाम। श्री वाहिगुरु साहिब जी। जागत सूता भरम बेगूता, बिन गुर मुक्त न होइए मीता। गुरु साहबान जी बख्शिश कर रहे हैं कि जागत सूता, जीव जागदा होया भी सुता पिया है। आप जिन्ने संसार विच विचरते हैं, परमात्मा ने सानू जिहड़ी रात है ये विश्राम करनी बनाना कीती है। दिन वेले दिन जिहड़ा सानू परमात्मा ने बख्शिया कि जीव तू उठ के अपना आहार कर, काम धंधा कर, दसां नोहां दी किरत कर, इंज तू अपना ते अपने परिवार की पालना पोषणा कर। पर सतगुरु कहते ने मनुख कहते जागदा होया भी सुता पिया है। किवें सुता पिया है? क्योंकि मनुख दे अविद्या रूपी रात ने घेरिया होया है। अविद्या उहनूं कहंदे ने जिन्हों किसी प्रकार का ज्ञान ना होवे। ज्ञानी हुंदियां होयां भी मनुख अजोके समय च अज्ञानी बनिया फिरदा है। क्योंकि जिन्नियां भी आपां दुनियावी जिन्नियां मर्जी पढ़ाइयां कर लईए, बड़ा साइंटिस्ट बन जावे, डॉक्टर बन जावे, इंजीनियर बन जावे, बड़े तो बड़ा जिहड़ा अहुदा जीव हासिल कर लवे, मेहनत मशक्कत करके एक डॉक्टर तो गुरु साहब बन सकता, पर सिख नहीं बन सकता। अपनी पढ़ाई करके डॉक्टर बन सकता, सिख नहीं बन सकता। पढ़ाई पूरी करके इंजीनियर बन सकता, सिख नहीं बन सकता। तो इस तरह गुरु सवारियो बड़े तो बड़े विग्यानी बन सकता, पर सिख नहीं बन। कारण की है कि जदों तक आपां साहिबां दी बाणी नाल नहीं जुड़ते, जिहड़ा साहिबां दी बाणी नाल जुड़ गया फिर असल विच वो सिख है। वो डॉक्टर बन के भी फिर जिथे लोकां दा इलाज करेगा उत्थे लोक भलाई दे नाल काम भी करेगा, लोड़वंदां दी सहायता भी करेगा। जे विग्यानी बन गया तो नाल साहिबां दी बाणी नाल जुड़िया होया तो इहो जे कारज करेगा जिहदे राहीं दुनिया दे लोकां नूं मनुखता दा भला हो सके। तो गुरु सवारियो कहण दा भाव है सिख उदों है जदों आपां बाणी नाल जुड़े होए हैं। सिख उदों है जदों आपां सतगुर दे पावन इतिहास नूं पढ़दे हां ते सिमरन करदे हां, फिर आपां सिख ने। जे आपां गुरु सवारियो बाणी तो कोहां दूर ने, बड़े बड़े आपां मरतबे ओहदे संसार च प्राप्त कर लीए, पर जे सानू साडे नेड़े बाणी नहीं है, आपां कदे मुखों जपजी साहिब दा पाठ नहीं कीता, कदे गुर मंत्र मूल मंत्र दा अभ्यास नहीं कीता, फिर गुरु सवारे आपां माफ़ करना है साडा सिखां दे घर जन्म होया, पर आपां सिख नहीं कहला सकते हैं। सिख कहलाउण दे लई सानू सतगुरां दी बाणी पढ़नी पवेगी। इस करके जो गुरु साहब बन गए जागत सुता, ये है फिर जीव जिहड़ा जागदा होया सुता पिया है। फानी संसार है ते फानी संसार नूं सच मन्नी फिरदा।
ਆਪਾਂ ਇਹ ਸੋਚਦੇ ਕਿ ਸੰਸਾਰ 'ਚ ਆਪਾਂ ਸਦੀਵੀ ਰਹਿਣਾ ਹੈ। ਹਾਂ, ਉਹ ਵੱਖਰੀ ਗੱਲ, ਆਪਾਂ ਕਹਿੰਦੇ ਇੱਕ ਦਿਨ ਤਾਂ ਸੰਸਾਰ ਤੋਂ ਜਾਣਾ, ਪਰ ਜਾਣ ਨੂੰ ਕਿੱਦਾਂ ਮਨ ਨਹੀਂ ਕਰਦਾ, ਕਿਉਂਕਿ ਫਾਨੀ ਸੰਸਾਰ ਨਾਲ ਸਾਡਾ ਇੰਨਾ ਤਿਉ ਪੈ ਗਿਆ, ਮੋਹ ਪੈ ਗਿਆ, ਤੇ ਛੱਡਣ ਨੂੰ ਦਿਲ ਨਹੀਂ ਕਰਦਾ। ਤੇ ਸਤਿਗੁਰੂ ਕਹਿੰਦੇ ਵੀ ਇਸ ਤਰ੍ਹਾਂ ਫਿਰ ਜੀਵ ਸੁੱਤਾ ਪਿਆ ਅਵਿਦਿਆ ਰੂਪੀ ਰਾਤ ਦੇ ਵਿੱਚ, ਤੇ ਜੀਵ ਦੇ ਵਿੱਚ ਭਰਮ ਵਿੱਚ ਫਸਿਆ। 5 ਪ੍ਰਕਾਰ ਦਾ ਭਰਮ ਹੈ। ਇਹਨਾਂ ਭਰਮਾਂ ਦੇ ਵਿੱਚ ਹੀ ਜੀਵ ਕਹਿੰਦੇ ਵਿਗੂਤਾ ਖੱਜਲ ਖੁਆਰ ਹੋ ਰਿਹਾ ਹੈ। ਇਸ ਕਰਕੇ ਇਹ ਭਟਕਣਾ ਵਿੱਚ ਪਿਆ ਫਿਰਦਾ, ਇਹਦਾ ਮਨ ਭਟਕਣਾ ਦੇ ਵਿੱਚ ਹੈ। ਸਾਰਾ ਸੰਸਾਰ ਸੁੱਤਾ ਪਿਆ ਤੇ ਗੁਰੂ ਸਾਹਿਬਾਨ ਜੀ ਜਾਗਦੇ ਨੇ। ਸਤਿਗੁਰੂ ਜਾਗਤਾ ਹੈ ਦਿਓ। ਸਤਿਗੁਰੂ ਜਾਗਤ ਅਵਸਥਾ ਵਿੱਚ ਨੇ। ਜਿਹੜੇ ਗੁਰੂ ਦੇ ਲੜ ਲੱਗਦੇ ਤੇ ਗੁਰੂ ਸਾਹਿਬਾਨ ਉਹਨਾਂ ਨੂੰ ਵੀ ਜਾਗਰਤ ਅਵਸਥਾ ਵਿੱਚ ਲਿਆਉਂਦੇ ਹਨ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਬਿਨ ਗੁਰ ਮੁਕਤ ਨਾ ਹੋਈਐ ਮੀਤਾ। ਹੇ ਮੀਤ, ਹੇ ਮਿੱਤਰ, ਇੱਕ ਗੱਲ ਯਾਦ ਰੱਖਣੀ, ਗੁਰੂ ਤੋਂ ਬਿਨਾਂ ਤੂੰ ਮੁਕਤ ਨਹੀਂ ਹੋ ਸਕਦਾ ਹੈ। ਗੁਰੂ ਤੈਨੂੰ ਮੁਕਤ ਕਰਨ ਵਾਲਾ ਹੈ। ਗੁਰੂ ਤੇਰੇ ਸਾਰੇ ਬੰਧਨ ਕੱਟਣ ਵਾਲਾ ਹੈ। ਜੇ ਤੂੰ ਚਾਹੁੰਦਾ ਨਾ ਮੁਕਤ ਹੋਣਾ ਕਿ ਮਾਇਆ ਦਾ ਪ੍ਰਭਾਵ ਮੇਰੇ ਉੱਤੇ ਨਹੀਂ ਪੈ ਸਕੇ, ਮੈਂ ਜਮਨ ਮਰਨ ਤੋਂ ਰਹਿਤ ਹੋਵਾਂ, ਕਹਿੰਦੇ ਫਿਰ ਤੂੰ ਗੁਰੂ ਵਾਲਾ ਬਣ। ਗੁਰੂ ਵਾਲਾ ਬਣ ਕੇ ਹੀ ਤੂੰ ਮੁਕਤ ਹੋ ਸਕਦਾ ਹੈ। ਗੁਰੂ ਦੇ ਵਿੱਚ ਇਹ ਤਾਕਤ ਹੈ। ਗੁਰੂ ਆਪ ਮੁਕਤ ਹੈ ਤੇ ਆਪਣੇ ਪਿਆਰਿਆਂ ਨੂੰ ਵੀ ਮੁਕਤ ਕਰਾਉਣ ਵਾਲਾ ਹੈ। ਪਰ ਗੁਰੂ ਸਵਾਰਿਓ, ਪੂਰਨ ਗੁਰੂ ਵੱਡੀਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਆ ਨਾ, ਜਿਨ੍ਹਾਂ ਨੂੰ ਵੱਡੇ ਭਾਗਾਂ ਦੇ ਨਾਲ ਪੂਰਨ ਗੁਰੂ ਮਿਲ ਜਾਂਦੇ ਨੇ, ਉਹਨਾਂ ਦੇ ਮਨ ਵਿੱਚ ਫਿਰ ਖੇੜਾ ਪੈਦਾ ਹੁੰਦਾ ਹੈ, ਜਿਹਦੇ ਰਾਹੀਂ ਗੁਰੂ ਸਵਾਰੇ ਉਸ ਮਾਲਕ ਨਾਲ, ਗੁਰੂ ਨਾਲ ਉਹ ਪਿਆਰੇ ਫਿਰ ਇੱਕਮਿੱਕ ਹੋ ਜਾਂਦੇ ਹਨ। ਸਤਿਗੁਰੂ ਜੀ ਦਾ ਫਰਮਾਨ ਹੈ, ਗੁਰ ਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ, ਕੋਏ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਜਿਨ੍ਹਾਂ ਨੂੰ ਆਪਣੇ ਸਾਹਿਬ ਮਾਲਕ ਉੱਤੇ ਭਰੋਸਾ ਹੈ, ਵਿਸ਼ਵਾਸ ਹੈ, ਤੇ ਉਹਨਾਂ ਨੂੰ ਫਿਰ ਪੂਰਨ ਗੁਰੂ ਸਾਹਿਬਾਨ ਮਿਲਦੇ ਨੇ। ਪੂਰਨ ਗੁਰੂ ਵਿੱਚ ਇਹ ਤਾਕਤ ਹੈ ਤੇ ਪੂਰਨ ਗੁਰੂ ਸਾਹਿਬਾਨ ਜੀ ਉਸ ਮਾਲਕ ਨਾਲ ਸਾਨੂੰ ਇੱਕਮਿਕ ਕਰਾਉਣ ਵਾਲੇ ਨੇ, ਜੋੜਨ ਵਾਲੇ ਹਨ। ਇਸ ਕਰਕੇ ਹੇ ਭਾਈ, ਜੇ ਤੂੰ ਮੁਕਤ ਹੋਣਾ ਨਾ, ਮੁਕਤ ਹੋਣ ਲਈ ਤੂੰ ਗੁਰੂ ਵਾਲਾ ਬਣਨਾ ਕਰ। ਤਾਈਓ ਸਤਿਗੁਰੂ ਜੀ ਨੇ ਕਹਿਤਾ, ਭੱਟ ਸਾਹਿਬਾਨ ਜੀ ਬਚਨ ਕਰਦੇ ਨੇ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਤੇ ਗੁਰੂ ਤੋਂ ਬਿਨਾਂ ਇਹ ਜੀਵ ਤੋਂ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕੱਟਹਿ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮੈਂ। ਨਲ ਭੱਟ ਜੀ ਬਚਨ ਕਰਦੇ ਨੇ, ਕਹਿੰਦੇ ਜਿਹਨੇ ਗੁਰੂ ਨੂੰ ਦੇਖਣਾ ਨਹੀਂ ਕੀਤਾ, ਨਾ ਗੁਰੂ ਵਾਲਾ ਬਣਿਆ, ਗੁਰੂ ਵਾਲਾ ਬਣਿਆ ਨਹੀਂ, ਗੁਰੂ ਦੇ ਦੀਦਾਰ ਨਹੀਂ ਕੀਤੇ, ਕਹਿੰਦੇ ਉਹਦਾ ਸੰਸਾਰ ਵਿੱਚ ਆਉਣਾ ਵਿਅਰਥ ਹੈ, ਉਹ ਕਿਸੇ ਕੰਮ ਨਹੀਂ ਹੈ। ਅਜਾਈ ਹੀ ਪਸ਼ੂਆਂ ਦੇ ਵਾਂਗ ਆਪਣੀ ਉਹ ਜ਼ਿੰਦਗੀ ਬਤੀਤ ਕਰ ਰਿਹਾ ਹੈ। ਇਸ ਕਰਕੇ ਇਹ ਜੀਵ ਜੇ ਮੁਕਤ ਹੋਣਾ ਤੇ ਗੁਰੂ ਵਾਲੇ ਬਣਨਾ ਜ਼ਰੂਰੀ ਹੈ। ਬਿਨ ਗੁਰ ਮੁਕਤ ਨਾ ਹੋਈ ਹੈ ਮੀਤਾ। ਹੇ ਮਿੱਤਰ, ਗੁਰੂ ਤੋਂ ਬਿਨਾਂ ਤੂੰ ਮੁਕਤ ਨਹੀਂ ਹੋ ਸਕਦਾ ਹੈ। ਗੁਰੂ ਵਾਲਾ ਬਣ। ਸਾਧ ਸੰਗ ਟੁੱਟੈ ਹੋ ਬੰਧਨ, ਏਕੋ ਏਕ ਨਿਹਾਲੀ ਹੈ। ਸਤਿਗੁਰੂ ਜੀ, ਫਿਰ ਮਾਇਆ ਦੇ ਬੰਧਨ ਕਿਵੇਂ ਟੁੱਟਦੇ ਨੇ? ਜਿਹੜਾ ਮਾਇਆ ਨੇ ਜੀਵ ਉੱਤੇ ਜੰਜਾਲ ਪਾਇਆ ਹੋਇਆ ਹੈ, ਇਹ ਬੰਧਨਾਂ 'ਚੋਂ ਕਿਵੇਂ ਜੀ ਮੁਕਤ ਹੋ ਸਕਦਾ ਹੈ? ਤੇ ਗੁਰੂ ਸਾਹਿਬਾਨ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਦੇ ਜਿਹੜੇ ਸਾਧ ਸੰਗਤ ਕਰਦੇ ਨੇ,
ਸਤ ਸੰਗਤ ਦਾ ਆਨੰਦ ਮਾਣਦੇ ਹਨ। ਉਹਨਾਂ ਦੇ ਵਿੱਚੋਂ ਪਰ ਹਉਮੈ ਦੇ ਬੰਧਨ ਟੁੱਟ ਜਾਂਦੇ ਨੇ, ਮਾਇਆ ਦੇ ਬੰਧਨ ਟੁੱਟ ਜਾਂਦੇ ਨੇ, ਕਿਉਂਕਿ ਉਹ ਹਰ ਸਮੇਂ ਇੱਕ ਪਰਮੇਸ਼ਰ ਦੀ ਆਰਾਧਨਾ ਕਰਦੇ, ਇੱਕ ਵਾਹਿਗੁਰੂ ਦੇ ਲੜ ਲੱਗੇ ਰਹਿੰਦੇ ਨੇ ਸਾਰੀਆਂ ਥਾਵਾਂ ਤੇ ਬੰਧਨ ਮੁਕਤ ਹੋ ਕੇ ਇੱਕ ਪਰਮੇਸ਼ਰ ਵਾਹਿਗੁਰੂ ਨੂੰ ਹੀ ਦੇਖਦੇ ਹਨ, ਵਾਹਿਗੁਰੂ ਦੇ ਹੀ ਦੀਦਾਰ ਕਰਦੇ ਹਨ। ਸਤ ਸੰਗਤ ਦਾ ਗੁਰੂ ਸਾਹਿਬ ਬਹੁਤ ਭਾਰੀ ਮਹਾਤਮ ਹੈ। ਗੁਰੂ ਸਾਹਿਬਾਨ ਨੇ ਐਡੀ ਵੱਡੀ ਬਖਸ਼ਿਸ਼ ਕੀਤੀ ਹੈ। ਆਮ ਤੌਰ 'ਤੇ ਕਈ ਪਰਿਵਾਰ ਐਸੇ ਨੇ ਬਹੁਤ ਤਾਦਾਦ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਕੋਠੀਆਂ ਬਣਾਉਣਾ ਕੀਤੀਆਂ, ਚੰਗਾ ਮਕਾਨ ਬਣਾ ਲਿਆ, ਇੱਕ ਕਮਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਿਆਰ ਕੀਤਾ, ਸਤਿਗੁਰੂ ਜੀ ਲਈ ਤਿਆਰ ਕਮਰਾ ਕੀਤਾ ਅਤੇ ਉਹਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ ਪ੍ਰਕਾਸ਼ ਕਰ ਲਏ ਅਤੇ ਉੱਥੇ ਫਿਰ ਸਹਿਜ ਪਾਠ ਜਾਂ ਸੁਖਨੀ ਸਾਹਿਬ ਦਾ ਪਾਠ ਜਾਂ ਆਪਣਾ ਸਿਮਰਨ ਨਿੱਤਾ ਪ੍ਰਤੀ ਕਰਨ ਲੱਗ ਪਿਆ ਅਤੇ ਗੁਰਦੁਆਰਾ ਸਾਹਿਬ ਉਹ ਆਉਣਾ ਛੱਡ ਦਿੰਦੇ ਨੇ। ਜਿਹਨਾਂ ਨੂੰ ਕਹੀਏ ਭਾਈ ਤੁਸੀਂ ਗੁਰੂ ਘਰ ਕਿਉਂ ਨਹੀਂ ਆਉਂਦੇ, ਅਤੇ ਅੱਗੋਂ ਉੱਤਰ ਮਿਲਦਾ ਹੈ ਕਿ ਬਾਬਾ ਜੀ ਅਸੀਂ ਘਰੇ ਆਪਣੇ ਪ੍ਰਕਾਸ਼ ਕਰ ਲਏ, ਇੱਥੇ ਵੀ ਉਹੀ ਗੁਰੂ ਹੈ ਅਤੇ ਉੱਥੇ ਵੀ ਉਹ ਗੁਰੂ ਹੈ, ਘਰ ਵਿੱਚ ਵੀ ਇਹੀ ਗੁਰੂ ਅਤੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਇਹੀ ਗੁਰੂ। ਗੁਰੂ ਉਹੀ ਹੈ, ਸ਼ਬਦ ਗੁਰੂ ਹੈ, ਗੁਰੂ ਵਿੱਚ ਕੋਈ ਫਰਕ ਨਹੀਂ ਹੈ। ਪਰ ਜਿਹੜੀ ਸੰਗਤ ਗੁਰੂ ਸਵਾਰੇ ਆਪਾਂ ਗੁਰਦੁਆਰਾ ਸਾਹਿਬ ਮਾਣਾਂਗੇ, ਉਹ ਸੰਗਤ ਆਪਾਂ ਆਪਣੇ ਘਰ ਦੇ ਵਿੱਚ ਨਹੀਂ ਮਾਣ ਸਕਾਂਗੇ। ਇਹ ਸੱਚ ਹੈ। ਜੋ ਗੁਰਬਾਣੀ ਵਿੱਚ ਤਾਂ ਸਤਿਗੁਰੂ ਨੇ ਬਚਨ ਕਰ ਦਿੱਤੇ ਨਾ, ਸਾਨੂੰ ਸਮਝਾ ਦਿੱਤਾ। ਪਾਤਸ਼ਾਹ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸਤਿਗੁਰੂ ਕਹਿੰਦੇ ਨੇ ਭਾਈ ਜੇ ਸਤ ਸੰਗਤ, ਜਿਹੜੇ ਸਤ ਸੰਗਤ ਕਰਦੇ ਉਹ ਤਰ ਜਾਂਦੇ ਨੇ। ਮੇਰੇ ਮਾਧੋ ਜੀ, ਹੇ ਪਰਮੇਸ਼ਰ ਜੀ, ਮਾਇਆ ਦੇ ਪਤੀ ਮਾਲਕ ਜੀ, ਸਤ ਸੰਗਤ ਮਿਲੇ ਸੋ ਤਰਿਆ। ਜਿਹਨੇ ਸਤ ਸੰਗਤ ਕੀਤੀ ਹੈ ਉਹ ਤਰ ਗਿਆ। ਅਤੇ ਸਤ ਸੰਗਤ ਕੇਵਲ ਗੁਰਦੁਆਰਾ ਸਾਹਿਬ ਵਿਖੇ ਹੋਣੀ ਹੈ। ਸਤ ਸੰਗਤ ਜਿੱਥੇ ਗੁਰੂ ਕੀਆਂ ਕਥਾ ਕਹਾਣੀਆਂ ਕੀਰਤਨ ਹੁੰਦਾ, ਪ੍ਰਵਾਹ ਚੱਲਦਾ ਹੋਵੇ, ਉਸ ਕਰਨਾ ਅਤੀ ਜ਼ਰੂਰੀ। ਇਸ ਕਰਕੇ ਚਾਹੇ ਆਪਣੇ ਘਰ ਵਿੱਚ ਸੈਂਚੀਆਂ ਪ੍ਰਕਾਸ਼ ਕਰੋ, ਚਾਹੇ ਗੁਰੂ ਸਵਾਰੇ ਇਸੇ ਪ੍ਰਕਾਰ ਹੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼। ਮੁਬਾਰਕ ਹੈ ਜਿੰਨਾ ਆਪਾਂ ਬਾਣੀ ਦੇ ਲੜ ਲੱਗਾਂਗੇ ਉਹ ਥੋੜ੍ਹਾ ਹੈ, ਸਾਨੂੰ ਲਾਭ ਹੀ ਹੋਣਾ ਹੈ। ਪਰ ਸਤ ਸੰਗਤ ਜ਼ਰੂਰ ਕਰੋ। ਸਤ ਸੰਗਤ ਕਰਨ ਦੇ ਨਾਲ ਹੀ ਸਾਡਾ ਜਿਹੜਾ ਜੀਵਨ ਹੈ ਚੜ੍ਹਦੀ ਕਲਾ ਵਿੱਚ ਹੋਵੇਗਾ। ਦੇਖੋ ਸਤ ਸੰਗਤ ਵਿੱਚ ਆ ਕੇ ਵੱਡੇ ਵੱਡਿਆਂ ਦੇ ਬੰਧਨ ਟੁੱਟ ਜਾਂਦੇ ਨੇ। ਕਬੀਰ ਸਾਹਿਬਾਨ ਜੀ ਦੇ ਸਮੇਂ ਦੀ ਗਾਥਾ। ਭਗਤ ਕਬੀਰ ਸਾਹਿਬਾਨ ਜੀ ਆਪਣੇ ਗ੍ਰਹਿ ਦੇ ਵਿੱਚ ਬੈਠੇ ਹੋਏ ਅਤੇ ਆਪਣਾ ਨਿਤ ਦਾ ਕੰਮ ਜੋ ਭਗਤ ਕਵੀ ਜਾਤ ਜਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੋ ਕਬੀਰ। ਅਤੇ ਇਹ ਭਗਤ ਕਬੀਰ ਸਾਹਿਬ ਨਿਤਾ ਪ੍ਰਤ ਜਿੱਥੇ ਆਪਣੀ ਦਸਾਂ ਨੂੰਹਾਂ ਦੀ ਕਿਰਤ ਕਰਦੇ ਖੱਡੀ ਲਾਈ ਹੋਈ ਹੈ, ਉੱਥੇ ਗੁਰੂ ਸਵਾਰੇ ਨਾਲ ਇਹ ਸਿਮਰਨ ਅਭਿਆਸ ਕਰਦੇ ਹਨ, ਬੰਦਗੀ ਕਰਦੇ ਹਨ। ਬੜੀ ਚਰਚਾ, ਦੂਰੋਂ ਦੂਰੋਂ ਲੋਕ ਭਗਤ ਕਬੀਰ ਸਾਹਿਬਾਨ ਕੋਲ ਚੱਲ ਕੇ ਆਉਣ। ਜਿਹੜਾ ਇੱਕ ਵਾਰੀ ਕਬੀਰ ਸਾਹਿਬਾਨ ਜੀ ਕੋਲ ਚੱਲ ਕੇ ਆ ਜਾਂਦਾ ਸੀ ਨਾ, ਅਤੇ ਐਸੀ ਨਾਮ ਦੀ ਲਾਗ ਕਬੀਰ ਸਾਹਿਬਾਨ ਜੀ ਉਸ ਪਿਆਰੇ ਨੂੰ ਬਖਸ਼ਿਸ਼ ਕਰਦੇ ਸੀ, ਉਹ ਵੀ ਫਿਰ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਸੀ, ਉਸ ਵਾਹਿਗੁਰੂ ਦੇ ਗੁਣ ਗਾਣੇ ਕਰਦਾ ਸੀ। ਕਹਿੰਦੇ ਇੱਕ ਸ਼ਾਹੂਕਾਰ ਨੇ ਭਗਤ ਕਬੀਰ ਸਾਹਿਬਾਨ ਜੀ ਦੀ ਮਹਿਮਾ ਵਡਿਆਈ ਸੁਣੀ ਅਤੇ ਸੋਚਿਆ ਕਿ ਚਲੋ ਮੈਂ ਵੀ ਕਬੀਰ ਜੀ ਦੇ ਦਰਸ਼ਨ ਦੀਦਾਰੇ ਕਰਾਂ। ਆਪਣੇ ਘਰੋਂ ਚੱਲਿਆ, ਕਬੀਰ ਸਾਹਿਬਾਨ ਜੀ ਦੇ ਗ੍ਰਹਿ ਵਿਖੇ ਆ ਕੇ ਪਹੁੰਚ ਗਿਆ। ਦੇਖਿਆ ਇੱਕ ਛੱਪਰੀ ਦੇ ਵਿੱਚ ਕਬੀਰ ਸਾਹਿਬਾਨ ਜੀ ਵਿਸ਼ਰਾਮ, ਕਬੀਰ ਸਾਹਿਬਾਨ ਜੀ ਰਹਿ ਰਹੇ ਆਪਣੇ ਪਰਿਵਾਰ ਦੇ ਸਹਿਤ, ਬੱਚਿਆਂ ਦੇ ਸਹਿਤ। ਦੇਖਿਆ ਕਿ ਅੱਤ ਦੀ ਗਰੀਬੀ, ਰੱਬ ਦਾ ਪਿਆਰਾ ਭਗਤ, ਭਜਨ ਬੰਦਗੀ ਕਰਨ ਵਾਲਾ, ਜਿਹੜਾ ਸਾਸ ਗਰਾਸ ਦੁਆਰਾ ਮਾਲਕ ਦਾ ਸਿਮਰਨ ਕਰਦਾ ਹੈ,
उस दे गृह विखे इन्नी गरीबी ते इहदे घर विच एक समय दा प्रशादा भी मसा मसा बनदा है। तरसयोग हालत है। ते मन विच विचार कीती कि चलो मना मैं इहनूं अपने घर दे विच लिजाणा करा, परिवार दे सहित घर विच लै जावांगा ते एक कमरा दे दिआंगा, खाण पीण लई पहनण लई सब कुछ, बच्चियां दी जो भी पढ़ाई लिखाई इत्यादक है वो सारी मेरी जिम्मेवारी होवेगी। जदों इस तरह सोचिया विचार कीती ते कबीर जी नूं कहण लग्या, कबीर साहबान जी आप जी मेरे गृह चलना करो, आप जी मेरे घर विच डेरा लाना करो, इत्थे छड्डो, इत्थे किस तरह तुसीं जिंदगी बतीत करदे हो। छपरी विच रह रहे हो पर छपरी तुहाडी टुटी हुई है, तुसीं मेरे घर रहो, मैं तुहानूं सारियां सहूलतां देवांगा, किसी प्रकार की कमी नहीं रहन देवांगा। ते कबीर साहबान जी सुणदे गए। जदों कबीर साहबान जी सुनिया तो सुनन तो बाद कबीर साहबान जी कहण लगे कि एक सेठ दूजे सेठ दे घर नहीं जाता, सेठ दे घर भिखारी जाता है ते सेठ दे घर सेठ नहीं जाता। जदों शाहूकार ने यह सुनिया कि सेठ दे घर सेठ नहीं जाता, कहन लग्या कबीर साहबान जी मैं तो सेठ हाँ, मैं शाहूकार हाँ, मेरे को सब कुछ है, किसी प्रकार की कमी नहीं है, तो तुसी सेठ किवें हो गए? तुहाडा ते मेरा जमीन आसमान का फर्क है। मेरे को इन्ना धन है कि मेरी पीढ़ी दर पीढ़ी वेले बह के खा सकणगे, धन फिर भी नहीं मुकेगा। ते तुहाडे घर की हालत इहो जिही है कि तुहाडे एक समय का प्रशादा पकदा, दूजे का फिक्र पै जाता है। दसो तुसी किवें, तुसी सेठ किवें हो गए? भगत कबीर साहबान ने उत्तर देना कीता, कहन लगे ऐ सेठ जी, ऐ शाहूकार जी, जिहड़ा धन तुहाडे कोल है, तुहाडे मन विच उस धन दे प्रति डर है, खौफ है कि किते मेरे ये धन नूं कोई चोरी करके ना लै जावे। तुहाडे मन च ये डर है कि ते मेरा जिहड़ा धन है ये पानी विच न डुब जावे। मन विच ये डर है कि लुट खोह करके डाकू धाड़वी इत्यादक ना लै जाण। कि मन विच तुहाडे ये डर है कि ते मेरे धन नूं कोई अग इत्यादक लग के सड़ के सुआह ना हो जाण। कहते धन हुंदियां होइयां भी चिंता, पर जिहड़ा साडे कोल धन है कहते उहनूं अग नहीं साड़ सकदी, उहनूं चोर चोरी नहीं कर सकदा, उहनूं पानी डोब नहीं सकदा, कोई डाकू धाड़वी इत्यादक कोई लुट के नहीं लिजा सकदा है। इस करके तेरा धन एक कदम ते तेरा साथ छड़ देवेगा। जो तेरे शरीर ने शरीर तेरा जवाब देन लग पिया, हौली हौली फिर तेरा जिहड़ा जमा धन है उस धन दीयां वंडियां तेरे सामने पैण लग पैंदियां ने। मापे फिर बच्चे कहते हैं कि बापू साडा बीमार हो गया, चलो आप वसीयतनामे उत्ते दा गूठा लवा लीए, सैन करा लीए, तो बाद विच बड़ा औखा होवेगा। जिउंदियां जी फिर उस धन की गुरु से वंड पै जाती है। भगत जी कहते हैं फिर तेरा धन जिहड़ा तैं कमाया होया धन है वो वंडिया जाता। फिर जो शरीर तेरा खत्म हो गया, इस पंच भूतक शरीर नूं त्याग दिता, जोत निकल गई विचों, जिंद निकल गई, कहते उदों भी फिर इस तरह हुंदा जिहड़ा तेरा धन है ना, ये धन नूं फिर तेरा धन इत्थे ही रह जांदा, तू कल्ला तैनूं अगे जाना पवेगा। पर भगत कबीर साहबान जी जिहड़ा मेरे कोल धन है ना, उस धन नूं कोई चोर चोरी नहीं कर सकता, कोई डाकू लुट नहीं सकता है,
अग साड़ नहीं सकती है, पानी डोब नहीं सकता है, क्योंकि वो धन हर समय नाल रहना है। हर धन को चक्का नेड़ ना आवे, जम जा डंड ना लगाए। जमा दे वसूलीए भी कहते ਉਹਦੇ ਡੰਡ नहीं लगा सकते ने। पाप भगत जी कहते मेरे कोल ਉਹ ਜਿਹਾ ਧਨ ਜਿਹੜਾ ਮੁੱਕਣ ਵਾਲਾ नहीं है। ਤੇ ਪੁੱਛਿਆ ਕਬੀਰ ਜੀ ਉਹ ਧਨ ਕਿਹੜਾ, ਕਿਰਪਾ ਕਰਕੇ ਮੈਨੂੰ ਵੀ ਦੱਸੋ, ਤੁਹਾਡੇ ਕੋਲ ਕਿਹੜਾ ਧਨ ਹੈ। ਤੇ ਭਗਤ ਕਬੀਰ ਸਾਹਿਬਾਨ ਜੀ ਕਹਿਣ ਲੱਗੇ ਇਹੋ ਧਨ ਮੇਰੋ ਹਰ ਕੋ ਨਾਉ, ਬਾਂਧੋ ਵੇਚ ਨਾ। ਕਹਿੰਦੇ ਪਰਮਾਤਮਾ ਦਾ ਨਾਮ ਜਿਹੜਾ ਹੈ, ਕਹਿੰਦੇ ਇਹੀ ਮੇਰੇ ਕੋਲ ਅਸਲੀ ਸਰਮਾਇਆ ਹੈ, ਐਸੀ ਧਨ ਸੰਪਦਾ ਹੈ। ਗਾਂਠ ਨਾ ਬਾਂਧੋ ਵੇਚ ਨਾ ਖਾਓ। ਮੈਂ ਆਪਣੇ ਕੋਲ ਸਾਂਭ ਕੇ ਨਹੀਂ ਰੱਖਦਾ, ਆਪਣੀ ਜੇਬ ਵਿੱਚ ਨਹੀਂ ਪਾ ਕੇ ਰੱਖਦਾ ਕਿ ਦੂਜੇ ਨੂੰ ਦਿਖਾਉਣਾ ਨਹੀਂ ਹੈ, ਨਾ ਮੈਂ ਇਹਨੂੰ ਕਿਤੇ ਵੇਚਦਾ ਹਾਂ। ਮੈਂ ਆਪ ਵੀ ਜਪਦਾ ਤੇ ਦੁਨੀਆ ਦੇ ਲੋਕਾਂ ਨੂੰ ਵੀ ਕਹਿੰਦਾ ਭਾਈ ਆਹ ਅਸਲੀ ਧਨ ਹੈ, ਇਸ ਧਨ ਨੂੰ ਇਕੱਤਰ ਕਰੋ, ਇਹ ਧਨ ਨਾਲ ਨਿਭਣ ਵਾਲਾ ਹੈ। ਜੇ ਇਹ ਧਨ ਇਕੱਤਰ ਕਰੋਗੇ ਇਹਨੂੰ ਕੋਈ ਫਿਰ ਖਾ ਨਹੀਂ ਸਕਦਾ, ਕੋਈ ਤੁਹਾਡੇ ਪਾਸ ਖੋ ਨਹੀਂ ਸਕਦਾ ਹੈ। ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ, ਭਗਤ ਕਰੋ ਜਨ ਸ਼ਰਨ ਤੁਮਾਰੀ। ਕਹਿੰਦੇ ਪਰਮਾਤਮਾ ਤੇਰਾ ਨਾਮ ਹੀ ਮੇਰੀ ਖੇਤੀਬਾੜੀ ਹੈ, ਤੇਰਾ ਨਾਮ ਹੀ ਮੇਰੇ ਲਈ ਸਭ ਕੁਝ ਹੈ। ਮੈਂ ਤੇਰਾ ਭਗਤ ਹਾਂ। ਤੇ ਭਗਤ ਦਾ ਕੰਮ ਕੀ ਹੁੰਦਾ ਹੈ ਕਿ ਤੇਰਾ ਭਗਤ ਤੇਰੀ ਬੰਦਗੀ ਕਰਦਾ ਹੈ, ਮੈਂ ਤੇਰੀ ਭਗਤੀ ਕਰਦਾ ਹਾਂ। ਤੇਰਾ ਜਨ ਤੇਰੀ ਸ਼ਰਨ ਤੁਮਾਰੀ, ਤੇਰੀ ਸ਼ਰਨ ਦੇ ਵਿੱਚ ਹੈ। ਜਦੋਂ ਸ਼ਾਹੂਕਾਰ ਨੇ ਭਗਤ ਕਬੀਰ ਸਾਹਿਬਾਨ ਜੀ ਪਾਸੋਂ ਇਹ ਪਾਵਨ ਸ਼ਬਦ ਸੁਣਦਿਆਂ ਸਾਰ ਹੀ ਸ਼ਾਹੂਕਾਰ ਕਬੀਰ ਜੀ ਦਾ ਬਣ ਗਿਆ। ਉਹਨੂੰ ਵੀ ਲਾਗ ਲੱਗੀ ਤੇ ਉਹ ਵੀ ਪਰਮਾਤਮਾ ਦੀ ਬੰਦਗੀ ਕਰ ਰਿਹਾ ਤੇ ਪਰਮਾਤਮਾ ਦੇ ਗੁਣ ਦਿਨ ਰਾਤ ਗਾਉਂਦਾ ਹੈ। ਸੋ ਕਹਿਣ ਦਾ ਆਪਾਂ ਸਤ ਸੰਗਤ ਕਰਨ ਦਾ ਐਡਾ ਵੱਡਾ ਲਾਹਾ ਪ੍ਰਾਪਤ ਹੁੰਦਾ ਹੈ। ਜਿੱਥੇ ਸਾਧ ਸੰਗਤ ਹੁੰਦੀ ਹੋਵੇ ਨਾ, ਸਾਧ ਸੰਗ ਬੈਠ ਕੇ ਆ ਕੇ ਪਰਮਾਤਮਾ ਦੇ ਗੁਣਾਂ ਬਾਰੇ ਸ਼ਰਵਣ ਕਰਨਾ, ਪ੍ਰਭੂ ਦਾ ਜਸ, ਪ੍ਰਭੂ ਦੀ ਵਡਿਆਈ, ਫਿਰ ਉਹਦੇ ਰਾਹੀਂ ਬਹੁਤ ਵੱਡਾ ਲਾਭ ਸਾਨੂੰ ਪ੍ਰਾਪਤ ਹੁੰਦਾ ਹੈ। ਸੋ ਸਤਿਗੁਰੂ ਕਹਿੰਦੇ ਨੇ ਇਹ ਕਿ ਮੇਰੇ ਬੰਧਨ ਟੁੱਟ ਜਾਣ, ਜਗਤ ਦਾ ਸਾਹ ਨਾ ਕਰ ਹੋਮੈ। ਪਹਿਲਾਂ ਵੀ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ, ਸਤ ਸੰਗਤ ਵਿੱਚ ਆ ਕੇ ਕਿਵੇਂ ਹੋਂ ਦੇ ਬੰਧਨ ਟੁੱਟਦੇ ਨੇ, ਕਿਵੇਂ ਮਨੁੱਖ ਦੇ ਅੰਦਰੋਂ ਹੰਕਾਰ ਖਤਮ ਹੁੰਦਾ। ਘਰ ਦੇ ਵਿੱਚ ਨਿਤਨੇਮ ਕਰ ਲਿਆ, ਆਸਾ ਕੀ ਵਾਰ ਪੜ੍ਹ ਲਈ, 5 ਦਾ ਨਿਤਨੇਮ ਕਰ ਲਿਆ, ਪਰ ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਬੈਠੇ ਆ, ਮਾਨਸੀ ਘਰ ਵਿੱਚ ਬੈਠ ਕੇ ਇੰਨੀ ਮੈਂ ਬਾਣੀ ਪੜ੍ਹੀ ਹੈ, ਗੁਰੂ ਕੀ ਸੰਗਤ ਵਿੱਚ ਆ ਕੇ ਬੈਠੇ ਕਿ ਦੇਖਿਆ ਕਿ ਇੱਥੇ ਮੈਂ ਇੱਕ ਸੁਖਨੀ ਸਹਿ ਦਾ ਪਾਠ ਕਰਦਾ ਸੀ, ਮੈਨੂੰ ਇੱਕ ਉੱਤੇ ਮਾਣ ਸੀ, ਤੇ ਗੁਰੂ ਕੀ ਸੰਗਤ 2 ਕਰਨ ਵਾਲੇ ਬੈਠੇ ਹੋਏ ਨੇ। ਗੁਰੂ ਕੀ ਸੰਗਤ ਵਿੱਚ 5-5 ਪਾਠ ਕਰਦਾ ਹਾਂ ਤੇ ਗੁਰੂ ਕੀ ਸੰਗਤ 'ਚ 11 ਮਾਣ ਜਿਹੜਾ ਆਪਣੇ ਆਪ ਦੂਰ ਹੋ ਜਾਣਾ ਫਿਰ, ਕਿ ਮੈਂ ਤਾਂ ਐਵੇਂ ਮਾਣ ਕਰਦਾ ਫਿਰਦਾ, ਕਾਹਦਾ ਮਾਣ ਇਸਕਾ। ਫਿਰ ਇਸ ਤਰ੍ਹਾਂ ਗੁਰੂ ਵਿੱਚ ਆ ਕੇ ਬੰਧਨ, ਮਾਇਆ ਦੇ ਬੰਧਨ, ਇਹ ਸਾਰੇ ਟੁੱਟ ਜਾਂਦੇ ਹਨ। ਜਦੋਂ ਇਹ ਬੰਧਨ ਟੁੱਟ ਜਾਂਦੇ ਨੇ ਫਿਰ ਇੱਕ ਥਾਵਾਂ ਤੇ ਵਾਹਿਗੁਰੂ ਨੂੰ ਹੀ ਉਹ ਨਿਹਾਲੀ ਹੈ, ਉਹ ਦੇਖਦਾ। ਕੰਮ ਕਰੈ ਤਾਂ ਬੰਦਾ, ਨਹਿ ਕਰੈ ਤਾਂ ਨਿੰਦਾ। ਹੁਣ ਗੁਰੂ ਸਵਾਰਿਓ ਧਾਰਮਿਕ ਗ੍ਰੰਥਾਂ ਮੁਤਾਬਕ, ਹਿੰਦੂ ਮਤ ਦੇ ਗ੍ਰੰਥਾਂ, ਵੇਦ ਸ਼ਾਸਤਰਾਂ ਮੁਤਾਬਕ
ਮਨੁੱਖ ਦੇ ਜਿਹੜੇ ਕਰਮ ਲਿਖੇ ਹੋਏ ਨੇ, ਜਿਹੜਾ ਵੇਦ ਸ਼ਾਸਤਰਾਂ ਅਨੁਸਾਰ ਪੁੰਨ ਦਾਨ ਇਤਿਆਦਿ ਕਰਦਾ, ਵਰਤ ਰੱਖਦਾ, ਕਰਮ ਕਾਂਡੀ ਬਣ ਗਿਆ। ਕਹਿੰਦੇ ਜੇ ਫਿਰ ਕਹਿੰਦੇ ਮਨੁੱਖ ਕਰਮ ਕਰਦਾ ਤਾਂ ਬੰਧਾ, ਤੇ ਬੰਧਨਾਂ ਵਿੱਚ ਕਹਿੰਦੇ ਵੱਧਾ ਹੋਇਆ ਹੈ। ਜੇ ਮਾਨੋ ਉਹ ਕਰਮ ਕਰਨੇ ਛੱਡ ਦਿੰਦਾ ਏ, ਚਲੋ ਮੈਂ ਇਸ ਤੋਂ ਬਾਅਦ ਇਹ ਕਰਮ ਕਾਂਡ ਨਹੀਂ ਕਰਨੇ, ਕਹਿੰਦੇ ਉਸ ਮਨੁੱਖ ਜਾਂਦਾ ਇਹ ਤਾਂ ਨਿੰਦਾ, ਕਹਿੰਦੇ ਫਿਰ ਉਸ ਮਨੁੱਖ ਦੀ ਨਿੰਦਿਆ ਕੀਤੀ ਜਾਂਦੀ ਹੈ ਕਿ ਦੇਖੋ ਇਹ ਕਰਮ ਇੱਕ ਤਰ੍ਹਾਂ ਉਹ ਕਰਮ ਕਾਂਡ ਨੇ, ਜੇ ਤੇਰੇ ਕੋਲ ਨਾਮ ਨਹੀਂ, ਤੂੰ ਬੰਧਨਾਂ ਵਿੱਚ ਮਾਇਆ, ਤੂੰ ਇਸ ਤਰ੍ਹਾਂ ਸਾਰਾ ਇਹ ਪਸਾਰਾ ਖਿਲਾਰਿਆ। ਪਰ ਜੇ ਇਸੇ ਪ੍ਰਕਾਰ ਤੂੰ ਇਸ ਬੰਧਨਾਂ ਤੋਂ ਮੁਕਤ ਹੋਣ ਦੇ ਲਈ ਪਰਮਾਤਮਾ ਦਾ ਸਿਮਰਨ ਕਰਦਾ, ਨਾਲ ਆਪਣੇ ਧਰਮ ਦੇ ਕਰਮ ਕਰ ਰਿਹਾ ਹੈ, ਕਹਿੰਦੇ ਫਿਰ ਇਹ ਬੰਧਨ ਨਹੀਂ ਹਨ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਨਾ ਕਿ ਕਰਮ ਧਰਮ ਪਾਖੰਡ ਜੋ ਦੀਸਹਿ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਜੇ ਤੇਰੇ ਕੋਲ ਪਰਮਾਤਮਾ ਦਾ ਨਾਮ ਨਹੀਂ, ਫਿਰ ਜਿੰਨੇ ਵੀ ਤੂੰ ਧਰਮ ਦੇ ਨਿਮਿੱਤ ਕਰਮ ਕਰਦਾ, ਇੱਕ ਤਰ੍ਹਾਂ ਤੇਰਾ ਇਹ ਕਰਮ ਕਾਂਡ ਬਣ ਗਿਆ। ਜੇਕਰ ਤੂੰ ਪਰਮਾਤਮਾ ਦਾ ਨਾਮ ਜਪਦਾ, ਨਾਲ ਆਪਣੇ ਧਰਮ ਦੇ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ, ਫਿਰ ਤੇਰਾ ਇਹ ਕਰਮ ਕਾਂਡ ਨਹੀਂ ਹੈ। ਜਿਹੜੇ ਤਾਂ ਨਾਮ ਤੋਂ ਹੀਣੇ ਹੋ ਕੇ ਕਰਮ ਕਾਂਡ ਕਰਨੇ, ਕਹਿੰਦੇ ਉਹਨਾਂ ਨੂੰ ਜਮਾਂ ਦੇ ਵਸੂਲੀਏ ਰਾਹ ਵਿੱਚ ਲੁੱਟ ਲੈਂਦੇ ਨੇ। ਇਸ ਕਰਕੇ ਜੇ ਛੁੱਟਣਾ ਚਾਹੁੰਦਾ ਨਾ ਭਾਈ, ਨਿਰਵਾਣ ਕੀਰਤਨ, ਇੱਕ ਰਸ ਲਗਾਤਾਰ ਉਸ ਮਾਲਕ ਦੀ ਕੀਰਤੀ ਕਰੋ, ਵਡਿਆਈ ਕਰੋ, ਜਿਹਦਾ ਸਿਮਰਨ ਕਰਕੇ ਐ ਜੀਵ ਤੂੰ ਜਮਾਂ ਦੀ ਮਾਰ ਤੋਂ ਛੁੱਟ ਜਾਵੇਗਾ, ਤੇਰੇ ਜੰਮਣ ਮਰਨ ਦੇ ਬੰਧਨ ਸਾਰੇ ਖਤਮ ਹੋ ਜਾਣਗੇ। ਸੋ ਗੁਰੂ ਸਾਹਿਬਾਨ ਬਚਨ ਕਰਦੇ ਨੇ, ਕਹਿੰਦੇ ਕਰਮ ਕਾਂਡੀ ਜੀਵ ਜਿਹੜਾ ਕੇਵਲ ਕਰਮ ਕਾਂਡਾਂ ਤੱਕ ਸੀਮਤ ਹੈ, ਕਹਿੰਦੇ ਕਰਮ ਕਰੈ ਤੈ ਬੰਧਾ, ਜੇ ਕਰਮ ਕਾਂਡ ਕਰਦਾ ਹੈ ਕਹਿੰਦੇ ਫਿਰ ਤਾਂ ਉਹ ਬੰਧਨਾਂ ਵਿੱਚ ਬੰਧਿਆ ਹੋਇਆ, ਮਾਇਆ ਦੇ ਬੰਧਨਾਂ ਵਿੱਚ ਬੱਧਿਆ ਜਾ ਰਿਹਾ ਦਿਨ ਰਾਤ। ਨਹਿ ਕਰੈ ਤਾਂ ਨਿੰਦਾ, ਜੇ ਨਹੀਂ ਕਰਦਾ ਤੇ ਦੁਨੀਆ ਦੇ ਲੋਕ ਨਿੰਦਿਆ ਕਰਦੇ ਕਿ ਆਪਣੇ ਆਪ ਨੂੰ ਧਾਰਮੀ ਖਵਾਉਂਦਾ ਏ, ਪਰ ਧਰਮ ਦੇ ਨਿਮਿੱਤ ਕੋਈ ਚੰਗਾ ਕਰਮ ਨਹੀਂ ਕਰਦਾ, ਪੂਜਾ ਨਹੀਂ ਕਰਦਾ, ਅਰਚਾ ਨਹੀਂ ਕਰਦਾ, ਵਰਤ ਨਹੀਂ ਰੱਖਦਾ, ਇਤਿਆਦਿਕ ਜੋ ਹਿੰਦੂ ਮਤ ਦੇ ਗੁਰੂ ਸਵਾਰਿਓ ਨਿਯਮ ਨੇ ਧਰਮ ਦੇ, ਉਹਦੇ ਮੁਤਾਬਕ ਫਿਰ ਕਹਿੰਦੇ ਲੋਕ ਨਿੰਦਿਆ ਕਰਦੇ ਹਨ। ਇਹੋ ਜਿਹੀ ਜੀਵ ਦੀ ਹਾਲਤ ਹੋ ਜਾਂਦੀ ਹੈ। ਮੋਹ ਮਗਨ ਮਨ ਵਿਆਪਿਆ ਚਿੰਦਾ, ਕਹਿੰਦੇ ਇਸ ਤਰ੍ਹਾਂ ਉਸ ਜੀਵ ਦੀ ਹਾਲਤ ਹੋ ਜਾਂਦੀ ਹੈ। ਮੋਹ ਮਗਨ, ਮਾਇਆ ਦੇ ਮੋਹ ਵਿੱਚ ਐਸਾ ਮਗਨ ਹੋ ਗਿਆ, ਗਲਤਾਨ ਹੋ ਗਿਆ, ਇਹਨੂੰ ਆਪਣੇ ਆਪ ਦੀ ਸੋਝੀ ਨਹੀਂ ਰਹੀ ਕਿ ਮੈਂ ਕੀ ਕਰਮ ਕਰਨਾ ਤੇ ਕਰ ਕੀ ਰਿਹਾ ਹਾਂ। ਮਨ ਵਿੱਚ ਕਹਿੰਦੇ ਚਿੰਤਾ ਹੀ ਵਿਆਪ ਰਹੀ ਹੈ, ਦਿਨ ਰਾਤ ਹਰ ਸਮੇਂ ਚਿੰਤਾ ਵਿੱਚ ਜੀਵ ਡੁੱਬਿਆ ਹੋਇਆ। ਮੋਹ ਦੀਆਂ ਤੰਦਾਂ ਹੋਣ ਕਰਕੇ ਇਹ ਚਿੰਤਾ ਸਾਨੂੰ ਤਾਂ ਵਿਆਪ ਰਹੀ ਹੈ। ਸਤਿਗੁਰੂ ਕਹਿੰਦੇ ਚਿੰਤਾ ਛੱਡ ਅਚਿੰਤ ਰਹੋ, ਕਿ ਚਿੰਤਾ ਅਚਿੰਤ ਹੋ ਜਾ ਜੀਵ ਤੋਂ। ਜੋ ਤੇਰੇ ਕਰਮਾਂ ਵਿੱਚ ਲਿਖਿਆ ਹੋਇਆ ਉਹ ਤੈਨੂੰ ਮਿਲ ਕੇ ਰਹਿਣਾ ਹੈ। ਚਿੰਤਾ ਤਿਆਗ ਦੇ, ਤੂੰ ਉਸ ਵਾਹਿਗੁਰੂ ਉੱਤੇ ਭਰੋਸਾ ਰੱਖ ਕਿ ਵਾਹਿਗੁਰੂ ਪਰਮਾਤਮਾ ਨੇ ਸਮੇਂ ਸਮੇਂ ਅਨੁਸਾਰ ਮੈਨੂੰ ਮੇਰੀ ਜਿਹੜੀ ਲੋੜ ਹੈ ਉਹ ਪੂਰੀ ਜ਼ਰੂਰ ਕਰਨੀ ਹੈ। ਜਿਵੇਂ ਮੈਨੂੰ ਪੈਦਾ ਕੀਤਾ ਮਾਲਕ ਨੇ, ਤੇ ਲੋੜਾਂ ਪੂਰੀਆਂ ਉਹਨਾਂ ਕਰਨੀਆਂ ਨੇ। ਗੱਲ ਕੀ ਆ, ਮਿਹਨਤ ਆਪਾਂ ਕਰਨੀ ਹੈ, ਮਿਹਨਤ ਮਸ਼ੱਕਤ ਕਰਨੀ ਹੈ, ਅਤੇ ਨਾਲ ਨਾਲ ਉਸ ਵਾਹਿਗੁਰੂ ਨੂੰ ਚੇਤੇ ਰੱਖਣਾ, ਅਤੇ ਬਾਕੀ ਜਿਹੜਾ ਫਲ ਦੇਣਾ ਉਹ ਪਰਮਾਤਮਾ ਦਾ ਕੰਮ ਹੈ। ਸਮੇਂ ਅਨੁਸਾਰ ਸਾਨੂੰ ਮਿਲੇ ਜਾਣਾ ਜੋ ਸਾਡੇ ਕਰਮਾਂ 'ਚ ਲਿਖਿਆ। ਜਿਹੜਾ ਮੇਰੇ ਕਰਮਾਂ 'ਚ ਲਿਖਿਆ ਉਹ ਮੈਨੂੰ ਮਿਲ ਕੇ ਰਹੇਗਾ, ਜਿਹੜਾ ਤੁਹਾਡੇ ਕਰਮਾਂ 'ਚ ਲਿਖਿਆ ਉਹ ਤੁਹਾਨੂੰ ਮਿਲ ਕੇ ਰਹੇਗਾ, ਉਹਨੂੰ ਕੋਈ ਖੋਹ ਨਹੀਂ ਸਕਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮੋਹ ਦੀਆਂ ਤੰਦਾਂ ਵਿੱਚ ਖਚਤ ਹੋਣ ਕਰਕੇ ਜੀਵ ਐਸਾ ਮਗਨ ਹੋ ਜਾਂਦਾ, ਮਾਇਆ ਵਿੱਚ ਗਲਤਾਨ ਹੁੰਦਾ ਏ। ਕਹਿੰਦੇ ਨੇ ਫਿਰ ਇਹਨੂੰ ਵਿਆਪਿਆ ਚਿੰਦਾ,
चिंता ही व्यापदी रहिंदी है। ये चिंता में डुबिया फिरदा है। गुर प्रसाद सुख दुख सम जाणै, घट घट राम हियाली है। फिर के गुरु साहबान जी फिर मुक्त किमें हो सकता जी? ये चिंता किमें मुक सकती है? मोह दीयां तंदां किमें खचत हो सकदियां ने? सतगुरु कहते जदे उत्ते गुरु की प्रसाद किरपा हुंदी है ना, मेहर हुंदी है, उहदी फिर अवस्था इहो जी बन जाती है कि सुख दुख दुख ते सुख नूं सम करके बराबर करके जानदा। जे दुख आ गया दुख वेले घबराउंदा नहीं, ते सुख वेले गुरु सवारे परमात्मा नूं विसारदा नहीं है। एक सम बिरती, चाहे तत्ती तवी उत्ते बैठ जाण गुरु अर्जन देव महाराज, चाहे गुरु सवारे हरमंदर साहिब विखे चौंकड़ा ला के बैठे होण, कोई एक सम बिरती। उही चेहरे का जलाल जो हरमंदर साहिब सतगुरु बहिंदे सन लाहौर चंदू दे घर में, जो तत्ती तवी उत्ते बैठे ने ते चेहरे उत्ते उही रौनक उही जलाल, बिल्कुल वो लाली खत्म नहीं हुई। दसिया सतगुरु ने सानू कि इस तरह अपना जीवन बतीत करना, जिमें चौंकड़ा असी अमृत वेले मारते सी, तत्ती तवी उत्ते बैठ के इस तरह चौंकड़ा बज सकता है। क्यों नहीं कि सतगुरु गुरु अर्जन देव महाराज नूं सेक नहीं लग्या? सेक तो लगी है, शरीर सारा सड़ के गुरु सर खत्म हो गया, सेक लगे है। पर गुरु अर्जन देव महाराज विच वो गुण सी कि सतगुरु जी का शरीर नाल मोह नहीं सी। जे तो सतगुरु का शरीर नाल मोह हुंदा ते थोड़े जे सेक लगण दे नाल ही चंदू दीयां सारियां गल्लां मान लैणियां सन। पर शरीर का मोह ना होण करके बिरती जिहड़ी है परमात्मा दे च अभेद कीती होई सी। शरीर सड़दा ते सड़ी जाण दी कोई गल नहीं, ते मन जिहड़ा सी मन उत्ते काबू कीता सी, मन उत्ते कंट्रोल कीता होया सी, मन नूं परमात्मा दे चरणां विच जुड़िया होया सी। जिस करके गुरु सवारे फिर वो सुख दुख दे विच एक सम बिरती उन्हां दी एक सम रखिया बणिया। ये कदों बख्शिश हुंदी है? गुर प्रसाद, गुरु दी प्रसाद किरपा दे नाल सुख दुख सम कर जाना, सुख ते दुख नूं बरोबर करके जाना या जानना करे। जिहड़ा जानदा है घट घट राम हियाली है, वो हरेक घट हरेक हिरदे विच रमंती राम वाहिगुरू नूं हियाली है, वो वेखदा है। संसार मैं सहसा व्यापै, अकथ कथा अगोचर नहीं जापै। संसार है, ये संसार परमात्मा का बनाया होया। ये संसार विच आपां सारे जी रहे हैं, पर गुरु साहबान कहते ने इहदे संसार विच जिउंदियां होइयां जीव नूं सहम व्यापदा, एक दूजे का डर सानूं सताउंदा है। जिहड़ा छोटा है वो बड़े तो डरदा, जिहड़ा बड़ा वो आप दे बड़े तो डरदा है। एक राजा दूजे राजे तो डरदा है। भाव कहण दा हर एक मनुख दे मन विच किसे ना किसे दा डर सताउंदा है, पर परमात्मा जिहड़ा है गुरु सर वो डर तो रहत है, उन्होंने कोई किसी का डर भो नहीं है। सतगुरु कहते तेरे अंदरों ये डर ये सहम खत्म हो सकता है। इनू खत्म करने का इको एक तरीका है कि उस निरभो परमेश्वर के लड़ लगना, को सिमरन करना कर। आप सतगुरु के वचन कई बार श्रवण किए ने कि निरभो जपै सगल भो मिटै, प्रभ किरपा ते प्राणी छुटै। फिर प्रभु की किरपा दे नाल कहते वो प्राणा धारे छुट जाता, जिहड़ा निरभो परमेश्वर नूं याद करदा, सारे अंदरों डर भो खत्म हो जाते हैं। संसार है मैं सहसा व्यापै, संसार विच विचरदे आया जीव नूं कहते सहम व्याप रहा है। डर जीव के अंदर खौफ खलोता होया, हर समय डर का सहम लग्या होया। कहते पर जिहड़े अकथ कथा अगोचर नहीं जापै। कारण की है? क्यों ये सहम बनिया होया जीव दे, क्यों डर बनिया होया? कहते जिहड़ा अकथ कथन तो रहत है, जिहदी कथा बयान नहीं की जा सकती,
ਕਹਿੰਦੇ ਉਸ ਅਕਥ ਪਰਮੇਸ਼ਰ ਦੀ ਕਥਾ ਨਹੀਂ ਕੀਤੀ, ਪਰ ਪਰਮੇਸ਼ਰ ਦਾ ਜਸ ਨਹੀਂ ਕੀਤਾ। ਅਗੋਚਰ ਜਿਹੜਾ ਪਹੁੰਚ ਤੋਂ ਰਹਿਤ ਹੈ, ਜਿੱਥੇ ਤੱਕ ਸਾਡੇ ਮਨ ਦੀ ਪਹੁੰਚ ਨਹੀਂ ਹੈ, ਜਿਹੜਾ ਛੁਪਿਆ ਹੋਇਆ ਹੈ। ਤੇ ਪਾਤਸ਼ਾਹ ਕਹਿੰਦੇ ਉਸ ਮਾਲਕ ਨੂੰ ਜਾਪਣਾ ਨਹੀਂ ਕੀਤਾ, ਉਸ ਮਾਲਕ ਦਾ ਸਿਮਰਨ ਨਹੀਂ ਕੀਤਾ। ਪਰਮਾਤਮਾ ਨੂੰ ਟੁੱਟਿਆ ਹੋਇਆ ਹੋਣ ਕਰਕੇ ਜੀਵ ਦੇ ਅੰਦਰ ਹਰ ਸਮੇਂ ਮੌਤ ਦਾ ਸਹਿਮ, ਜੰਮਣ ਮਰਨ ਦਾ ਸਹਿਮ, ਡਰ ਇਹ ਹਰ ਸਮੇਂ ਬਣਿਆ ਹੋਇਆ ਹੈ। ਜਦੋਂ ਪਰਮਾਤਮਾ ਦੇ ਲੜ ਲੱਗੇ ਆ, ਫਿਰ ਸਾਰਾ ਹੀ ਡਰ ਭੋ ਇਹ ਖਤਮ ਹੋ ਜਾਂਦਾ ਹੈ। ਜਿਸ ਹੈ ਬੁਝਾਏ ਸੋਈ ਬੂਝੈ, ਉਹ ਬਾਲਕ ਵਾਂਗੀ ਪਾਲੀਐ। ਤੇ ਨਾਲ ਹੀ ਅਗਲੀ ਪੰਕਤੀ 'ਚ ਗੁਰੂ ਸਾਹਿਬਾਨ ਬਖਸ਼ਿਸ਼ ਕਰਦੇ ਹਨ। ਕਹਿੰਦੇ ਭਾਈ ਗੱਲ ਇਹ ਹੈ, ਜਿਹਨੂੰ ਉਹ ਵਾਹਿਗੁਰੂ ਬੁਝਾਏ ਜਣਾ ਦਿੰਦਾ ਹੈ, ਉਹੀ ਕਹਿੰਦੇ ਇਸ ਗੱਲ ਨੂੰ ਗੁੱਝੇ ਭੇਦ ਨੂੰ ਬੁੱਝੈ ਜਾਣਦਾ ਹੈ, ਉਹਨੂੰ ਇਹ ਸਮਝ ਆਉਂਦੀ ਹੈ। ਤੇ ਮਾਲਕ ਫਿਰ ਉਸ ਜੀਵ ਦੀ ਉਹ ਬਾਲਕ ਵਾਂਗੀ ਪਾਲੀ ਹੈ। ਜਿਵੇਂ ਇੱਕ ਬੱਚੇ ਨੂੰ ਮਾਂ ਬਾਪੂ ਦੇ ਪਿਆਰ ਨਾਲ, ਲਾਡਾਂ ਨਾਲ, ਚਾਵਾਂ ਨਾਲ ਪਾਲਦੇ ਨੇ ਨਾ, ਲੋਰੀਆਂ ਦੇ ਦੇ ਕੇ, ਕਹਿੰਦੇ ਪਰਮਾਤਮਾ ਵੀ ਸਾਨੂੰ ਇਸੇ ਤਰ੍ਹਾਂ ਹੀ ਵਾਂਗ ਦੇ ਦੇ ਕੇ, ਲਾਡ ਲੜਾੜਾ ਕੇ ਬਾਰ-ਬਾਰ ਕਹਿੰਦੇ ਪਿਆਰ ਨਾਲ ਪਾਲ ਰਿਹਾ ਹੈ। ਪਤਾ ਮਨ ਵਿੱਚ ਇਹ ਖਿਆਲ ਕਰਨਾ ਕਿ ਅਸੀਂ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣਾ ਕਰ ਰਹੇ ਹਾਂ, ਨਹੀਂ। ਪਾਲਣਾ ਪੋਸ਼ਣਾ ਕਰਨ ਵਾਲਾ ਪਰਮਾਤਮਾ ਹੈ। ਜੇ ਆਪਾਂ ਪਾਲਣਾ ਪੋਸ਼ਣਾ ਬੱਚਿਆਂ ਦੀ ਕਰ ਰਹੇ, ਕਈ ਬੱਚੇ ਐਸੇ ਵੀ ਹਨ ਜਿਨ੍ਹਾਂ ਦੇ ਸਿਰ ਤੋਂ ਬਚਪਨ ਵਿੱਚ ਹੀ ਮਾਤਾ ਪਿਤਾ ਦਾ ਸਾਇਆ ਉੱਠ ਜਾਂਦਾ, ਅਨਾਥ ਹੋ ਜਾਂਦੇ ਨੇ। ਉਹਨਾਂ ਦੀ ਪਾਲਣਾ ਪੋਸ਼ਣਾ ਕੌਣ ਕਰਦਾ? ਫਿਰ ਪਾਲਣਾ ਪੋਸ਼ਣਾ ਕਰਨ ਵਾਲਾ ਪਰਮਾਤਮਾ ਹੈ। ਤੇ ਆਪਾਂ ਇੱਕ ਜ਼ਰੀਆ ਬਣੇ ਹੋਏ ਹਾਂ, ਸਾਡੇ ਰਾਹੀਂ ਬੱਚਿਆਂ ਤੱਕ ਖੁਰਾਕ ਮਿਲ ਰਹੀ ਹੈ। ਜੇ ਸਾਨੂੰ ਪਤਾ ਨਹੀਂ ਕਿਹਦੇ ਭਾਗਾਂ ਕਰਕੇ ਸਾਨੂੰ ਇਹ ਕਿਰਤ ਮਿਲੀ ਹੈ, ਜਿਹੜਾ ਸਾਡਾ ਘਰ ਦਾ ਕਾਰੋਬਾਰ ਹੈ, ਕਿਸੇ ਦੀ ਫੈਕਟਰੀ ਹੈ, ਕਿਸੇ ਦੀ ਦੁਕਾਨ ਹੈ, ਕੋਈ ਨੌਕਰੀ ਚਾਕਰੀ ਕਰਦਾ ਹੈ, ਹੋ ਸਕਦਾ ਘਰ ਵਿੱਚ ਕੋਈ ਇਹੋ ਜਿਹਾ ਜੀਵ ਬੈਠਾ, ਉਹਦੇ ਭਾਗ ਹੋਣ ਦੇ ਭਾਗਾਂ ਕਰਕੇ ਸਾਨੂੰ ਇਹ ਕੰਮ ਧੰਦਾ ਮਿਲਿਆ ਹੋਇਆ। ਇਸ ਕਰਕੇ ਕਦੇ ਵੀ ਮਨ ਵਿੱਚ ਨਹੀਂ ਸੋਚਣਾ ਕਿ ਅਸੀਂ ਬੱਚਿਆਂ ਦੀ ਪਾਲਣਾ ਪੋਸ਼ਣ, ਨਹੀਂ। ਬੱਚਿਆਂ ਦੀ ਪਾਲਣਾ ਪੋਸ਼ਣ ਕਰਨ ਵਾਲਾ ਸਾਡੀ ਵੀ ਪ੍ਰਤਿਪਾਲਣਾ ਕਰਨ ਵਾਲਾ, ਤੇ ਸਾਡੇ ਬੱਚਿਆਂ ਦੀ ਪ੍ਰਤਿਪਾਲਣਾ, ਸਾਡੇ ਪਰਿਵਾਰ ਦੀ ਪਾਲਣਾ ਕਰਨ ਵਾਲਾ ਇੱਕ ਵਾਹਿਗੁਰੂ ਹੈ, ਪਰਮਾਤਮਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਜਿਵੇਂ ਬਾਲਕ ਨੂੰ ਬੱਚੇ ਨੂੰ ਵਾਂਗ ਦਿੰਦਾ ਹੈ, ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਕਹਿੰਦੇ ਉਹ ਪਾਲਣਾ ਕਰਦਾ ਹੈ। ਉਹ ਵਾਹਿਗੁਰੂ ਹੀ ਪਾਲਦਾ ਹੈ। ਛੋੜ ਬਹਿ ਤੋ ਛੂਟੈ ਨਾਹੀ, ਜੋ ਸੰਚੈ ਤੋ ਭੋ ਮਨ ਮਾਹੀ। ਗੁਰੂ ਸਾਹਿਬਾਨ ਜੀ ਹੁਣ ਅੱਗੇ ਮਾਇਆ ਦੀ ਗੱਲ ਕਰਦੇ ਨੇ ਕਿ ਸਤਿਗੁਰੂ ਜੀ ਫਿਰ ਮਾਇਆ ਨੂੰ ਛੱਡੀਏ ਕੀ ਹੈ, ਕਿਵੇਂ? ਸਤਿਗੁਰੂ ਕਹਿੰਦੇ ਜਿਹੜਾ ਮਾਇਆ ਵਿੱਚ ਗਲਤਾਨ ਹੋ ਜਾਂਦਾ ਨਾ, ਪੂਰਾ ਗਰਕ ਹੋ ਜਾਂਦਾ ਹੈ। ਕਹਿੰਦੇ ਫਿਰ ਉਹ ਜਦੋਂ ਮਾਇਆ ਨੂੰ ਛੱਡਣਾ ਚਾਹੁੰਦਾ, ਛੋੜ ਬਹਿ ਤੋ ਛੂਟੈ ਨਾਹੀ, ਕਹਿੰਦੇ ਫਿਰ ਇਹ ਮਾਇਆ ਛੁੱਟਦੀ ਨਹੀਂ ਹੈ। ਜਿੰਨੀ ਮਰਜ਼ੀ ਆਪਾਂ ਕੋਸ਼ਿਸ਼ ਕਰ ਲਈਏ ਤੇ ਮਾਇਆ ਤੋਂ ਸਾਡਾ ਖਹਿੜਾ ਨਹੀਂ ਛੁੱਟ ਸਕਦਾ ਹੈ, ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ। ਜੋ ਸੰਚੈ ਤੋ ਭੋ ਮਨ ਮਾਹੀ, ਜਿਸ ਮਾਇਆ ਨੂੰ ਆਪਾਂ ਕੱਤਰ ਕਰੀਏ, ਫਿਰ ਗੁਰੂ ਸਵਾਰੇ ਮਨ 'ਚ ਡਰ ਭੋ ਬਣਿਆ ਰਹਿੰਦਾ, ਹਰ ਸਮੇਂ ਭੈ ਬਣਿਆ ਰਹਿੰਦਾ ਹੈ ਕਿ ਕੋਈ ਚੋਰੀ ਨਾ ਹੋ ਜਾਵੇ। ਮੇਰੇ ਕੋਲ 2 ਨੰਬਰ ਦੀ ਮਾਇਆ ਆ ਗਈ, ਕਿਤੇ ਸਰਕਾਰ ਨੂੰ ਪਤਾ ਨਾ ਲੱਗ ਜਾਵੇ, ਕਿਤੇ ਛਾਪਾ ਨਾ ਮੇਰੇ ਘਰ ਵਿੱਚ ਪੈ ਜਾਵੇ, ਮੇਰਾ ਪਾਜ ਨਾ ਖੁੱਲ੍ਹ ਜਾਵੇ। ਅਤੇ ਇਸ ਤਰ੍ਹਾਂ ਉਸ ਮਾਇਆ ਨੂੰ ਸਾਂਭਣ ਵੇਲੇ, ਸਾਂਭਣ ਦੇ ਲਈ ਹਰ ਸਮੇਂ ਫਿਰ ਭੋ ਬਣਿਆ, ਡਰ ਬਣਿਆ ਰਹਿੰਦਾ ਹੈ। ਛੱਡਣਾ ਚਾਹੁੰਦਾ, ਛੱਡੀ ਨਹੀਂ ਜਾਂਦੀ ਹੈ। ਕਤਰ ਕਰਦਾ, ਫਿਰ ਚਿੰਤਾ, ਗੁਰੂ ਸਾਹਿਬ ਮਨ ਫਿਰ ਚਿੰਤਾ ਵਿਆਪਦੀ ਹੈ, ਹਰ ਸਮੇਂ ਡਰ ਭੈ ਹੈ। ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ। ਇਸ ਹੀ ਮਹਿ ਜਿਸ ਕੀ ਪਤ ਰਾਖੈ, ਤਿਸ ਸਾਧੂ ਚੌਰ ਢਾਲੀ ਹੈ। ਇਸ ਹੀ ਮੈਂ, ਇਸੇ ਮਾਇਆ ਦੇ ਵਿੱਚ ਹੀ ਜਿਸ ਕੀ ਪਤ ਰਾਖੈ, ਜਿਸ ਜੀ ਦੀ ਕਹਿੰਦੇ ਜੀ ਪਰਮਾਤਮਾ ਪਤ ਇੱਜ਼ਤ ਰੱਖਦਾ ਹੈ, ਤਿਸ ਸਾਧੂ ਚੌਰ ਢਾਲੀ ਹੈ।
ਕਹਿੰਦੇ ਫਿਰ ਉਹਦੇ ਉੱਤੇ ਐਡੀ ਵੱਡੀ ਬਖਸ਼ਿਸ਼ ਹੁੰਦੀ ਹੈ ਕਿ ਮਾਨੋ ਉਹਦਾ ਜਿਵੇਂ ਉਹਦਾ ਸਾਰੇ ਸੰਸਾਰ ਦੇ ਵਿੱਚ ਅਦਬ ਸਤਿਕਾਰ ਬਣਿਆ ਰਹਿੰਦਾ। ਗੁਰੂ ਰੂਪੀ ਸਾਧੂ ਉਹਨੂੰ ਮਾਣ ਵਡਿਆਈ ਦਿਵਾਉਂਦਾ ਸਾਰੀਆਂ ਥਾਵਾਂ 'ਤੇ। ਪਰ ਹੈ ਗੁਰੂ ਸਰ ਇਹੋ ਜਿਹੇ ਕੋਈ ਬਿਰਲੇ ਹੀ ਹਨ ਜਿਨ੍ਹਾਂ ਕੋਲ ਮਾਇਆ ਆਈ ਹੈ ਅਤੇ ਮਾਇਆ ਨੂੰ ਪ੍ਰਾਪਤ ਕਰਕੇ ਮਨ ਵਿੱਚ ਅਹੰਕਾਰ ਨਹੀਂ ਕੀਤਾ। ਭਗਤ ਕਬੀਰ ਸਾਹਿਬਾਨ ਜੀ ਦਾ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਜਿਸ 'ਚ ਮਾਇਆ ਧਾਰੀ ਮਨੁੱਖ ਦੀ ਅਤੇ ਇੱਕ ਗਰੀਬ ਮਨੁੱਖ ਦੀ ਭਗਤ ਜੀ ਨੇ ਗੱਲ ਕੀਤੀ ਹੈ। ਭਗਤ ਜੀ ਦਾ ਸ਼ਬਦ ਕਹਿੰਦੇ ਨੇ, ਨਿਰਤਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਉਹ ਚਿਤ ਨਾ ਧਰੇ। ਜੇ ਨਿਰਤਨ ਸਰਦਨ ਕੈ ਜਾਏ, ਆਗੈ ਬੈਠਾ ਪੀਠ ਫਿਰਾਏ। ਜੇ ਸਰਦਨ ਨਿਰਦਨ ਕੈ ਜਾਏ, ਦੀਆ ਆਦਰ ਲੀਆ ਬੁਲਾਏ। ਨਿਰਦਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮਿਟੀ ਜਾਏ। ਭਗਤ ਜੀ ਕਹਿੰਦੇ ਗਰੀਬ ਇਨਸਾਨ ਜਿਹਦੇ ਕੋਲ ਮਾਇਆ ਨਹੀਂ ਹੈ, ਇੱਕ ਸਮੇਂ ਦਾ ਪਕਵਾਨ ਪ੍ਰਸ਼ਾਦਾ ਘਰ ਮਸਾਂ ਬਣਦਾ ਏ, ਉਹਨੂੰ ਕੋਈ ਸੰਸਾਰ ਸਤਿਕਾਰ ਨਹੀਂ ਦਿੰਦਾ। ਕਹਿੰਦੇ ਜੇ ਉਹੀ ਗਰੀਬ ਇਨਸਾਨ ਕਿਸੇ ਅਮੀਰ ਦੇ ਘਰ, ਸ਼ਾਹੂਕਾਰ ਦੇ, ਧਨਵਾਨ ਦੇ ਘਰ ਚਲਿਆ ਗਿਆ, ਕਹਿੰਦੇ ਧਨਵਾਨ ਪੁਰਸ਼ ਅੱਗੋਂ ਦੇਖ ਕੇ ਪਿੱਠ ਪਿੱਛਾ ਕਰਕੇ ਬੈਠ ਜਾਂਦਾ ਕਿ ਮੈਂ ਇਸ ਗਰੀਬ ਤੋਂ ਕੀ ਲੈਣਾ, ਮੇਰੇ ਕੋਲ ਕੁਝ ਨਾ ਕੁਝ ਮੰਗਣ ਹੀ ਆਇਆ ਹੋਵੇਗਾ। ਇਹਦੇ ਉਲਟ ਕਹਿੰਦੇ ਜੇ ਉਹੀ ਸਰਦਨ ਇਨਸਾਨ, ਉਹੀ ਧਨਵਾਨ ਇਨਸਾਨ, ਅਮੀਰ ਪੁਰਸ਼ ਉਸੇ ਗਰੀਬ ਦੇ ਘਰ ਚਲਿਆ ਜਾਵੇ ਨਾ, ਅਤੇ ਅੱਗੋਂ ਫਿਰ ਗਰੀਬ ਕਹਿੰਦਾ ਆਓ ਭਗਤ ਕਰਦਾ ਉਹਦੀ, ਆਓ ਜੀ ਜੀ ਆਇਆਂ ਨੂੰ, ਦੀਆ ਆਦਰ ਲੀਆ ਬੁਲਾਏ। ਕਹਿੰਦੇ ਦੇਖੋ ਹੈ ਤਾਂ ਦੋਨੋਂ ਪਰਮਾਤਮਾ ਦੇ ਪੈਦਾ ਕੀ, ਗਰੀਬ ਵੀ ਪਰਮਾਤਮਾ ਦਾ ਪੈਦਾ ਕੀਤਾ ਹੋਇਆ, ਅਮੀਰ ਵੀ, ਉਹ ਵੀ ਮਨੁੱਖ ਹੈ ਅਤੇ ਉਹ ਵੀ ਮਨੁੱਖ ਹੈ। ਪਰ ਮਾਇਆ ਦਾ ਕਹਿੰਦੇ ਪ੍ਰਭਾਵ ਐਸਾ ਪਿਆ ਅਤੇ ਮਨੁੱਖ ਆਪਣੀ ਇਨਸਾਨੀਅਤ ਨੂੰ ਭੁੱਲ ਗਿਆ। ਇਹ ਵਿਸਾਰ ਦਿੱਤਾ ਕਿ ਹੈ ਮੈਂ ਮਨੁੱਖ ਹਾਂ ਅਤੇ ਮੇਰੇ ਚੰਗੇ ਕਰਮ ਨੇ, ਜਿਸ ਕਰਕੇ ਮੈਨੂੰ ਵਰਤਣ ਲਈ ਪਰਮਾਤਮਾ ਨੇ ਇਹ ਮਾਇਆ ਦੇਣਾ ਕੀਤੀ ਹੈ। ਇਸ ਪਰ ਮੇਰੇ ਭਰਾ ਦੇ ਚੰਗੇ ਕਰਮ ਨਹੀਂ ਹਨ ਜਿਹਦੇ ਕਰਕੇ ਇਹਦੇ ਕੋਲ ਮਾਇਆ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇਨਸਾਨੀਅਤ ਨੂੰ ਭੁੱਲ ਜਾਣਾ, ਇੱਕ ਦੂਜੇ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਗੁਰੂ ਜੀ ਨੇ, ਗੁਰੂ ਸਾਹਿਬਾਨ ਜਿੱਥੇ ਬਹੁਤ ਸਾਰੇ ਧਨਾੜ ਪੁਰਸ਼ ਸੀ, ਅਮੀਰ ਜਿਹੜੇ ਸਿੱਖ ਸਨ ਸਤਿਗੁਰਾਂ ਦੀ ਹਜ਼ੂਰੀ ਵਿੱਚ, ਉੱਥੇ ਬਹੁਤ ਸਾਰੇ ਗਰੀਬ ਸੀ ਜਿਨ੍ਹਾਂ ਨੂੰ ਸਤਿਗੁਰੂ ਨੇ ਵਡਿਆਈ ਦੇਣਾ ਕੀਤੀ ਸੀ। ਸੋ ਸਤਿਗੁਰੂ ਇੱਥੇ ਬਚਨ ਕਰਦੇ ਨੇ, ਕਹਿੰਦੇ ਭਾਈ ਜਿਹਦੀ ਉਹ ਮਾਲਕ ਪੱਤ ਰੱਖਦਾ ਏ, ਜਿਹਨੂੰ ਉਹ ਮਾਣ ਸਨਮਾਨ ਦਿੰਦਾ ਏ, ਉਹ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਉਪਰਾਮ ਹੈ, ਅਤੇ ਮਾਨੋ ਜਸ ਰੂਪੀ ਚੌਰ ਉਹਦੇ ਸਿਰ ਉੱਤੇ ਹਰ ਸਮੇਂ ਕਹਿੰਦੇ ਗੁਰੂ ਰੂਪੀ ਸਾਧੂ ਢਲਾਉਂਦਾ ਹੈ, ਉਹਨੂੰ ਮਾਣ ਸਨਮਾਨ ਵਡਿਆਈ ਮਿਲਦੀ ਹੈ। ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੈ ਤਿਸ ਜੋਨੀ ਫਿਰਨਾ। ਹੁਣ ਸੂਰਮਾ ਕੌਣ ਹੈ? ਮੈਦਾਨੇ ਜੰਗ ਦੇ ਵਿੱਚ ਫੌਜਾਂ ਆਮੋ ਸਾਹਮਣੇ ਹੋ ਗਈਆਂ, ਦੇਸ਼ ਲਈ, ਆਪਣੇ ਧਰਮ ਦੇ ਲਈ, ਆਪਣੇ ਦੇਸ਼ ਲਈ ਜਾਨਾਂ ਕੁਰਬਾਨ ਕਰਨੀ ਆ, ਅਤੇ ਸੂਰਮਾ ਆਪਣੀ ਸੂਰਮਗਤੀ ਨੂੰ ਗੁਰੂ ਸਰ ਦਿਖਾਉਂਦਾ ਮੈਦਾਨੇ ਜੰਗ ਦੇ ਵਿੱਚ। ਜਦੋਂ ਉਹ ਸੂਰਮਤਾਈ ਨੂੰ ਦਿਖਾਉਂਦਾ ਅਤੇ ਜੂਝਦਾ ਆਪਣੇ ਸਰੀਰ ਦੇ ਟੁਕੜੇ ਟੁਕੜੇ ਕਰਾ ਲੈਂਦਾ, ਪਰ ਮੈਦਾਨੇ ਜੰਗ ਛੱਡ ਕੇ ਨਹੀਂ ਜਦੋਂ ਉਹਨੂੰ ਸੂਰਮਾ ਆਖਿਆ ਜਾਂਦਾ ਹੈ। ਜਿਹਦੇ ਬਾਅਦ ਸਤਿਗੁਰੂ ਕਹਿੰਦੇ ਨੇ, ਜੋ ਲਰੈ ਦੀਨ ਕੇ ਹੇਤ ਸੂਰਾ ਸੋਈ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਕਹਿੰਦੇ ਉਹ ਆਪਣੇ ਮੈਦਾਨੇ ਜੰਗ ਨੂੰ ਨਹੀਂ ਛੱਡ ਕੇ ਜਾਂਦਾ, ਚਾਹੇ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ। ਇੱਕ ਸੂਰਮਾ ਇਹ, ਅਤੇ ਇੱਕ ਇਹੋ ਜਿਹੇ ਮਾਨੋ ਸਾਹਮਣੇ ਫੌਜਾਂ ਖਲੋਤੀਆਂ ਨੇ, ਯੁੱਧ ਸ਼ੁਰੂ ਹੋ ਗਿਆ, ਨਾਲ ਦੇ ਸੂਰਮੇ ਸ਼ਹਾਦਤਾਂ ਦਾ ਜਾਮ ਪੀ ਰਹੇ ਹਨ,
ਤੇ ਉਹ ਸੂਰਮਾ ਮੈਦਾਨੇ ਜੰਗ ਵਿੱਚ ਆਪਣੇ ਹਥਿਆਰ ਸੁੱਟ ਕੇ ਭੱਜ ਜਾਵੇ, ਉਹਨੂੰ ਕੀ ਆਖਾਂਗੇ? ਉਹ ਡਰਪੋਕ ਹੈ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਜਿਹੜਾ ਸੂਰਮਾ ਹੈ, ਕਹਿੰਦੇ ਤਿਸ ਹੀ ਹੋਏ ਮਾਰਨਾ, ਉਹਨਾਂ ਰਣ ਭੂਮੀ ਵਿੱਚ ਵੀਰਗਤੀ ਨੂੰ ਪ੍ਰਾਪਤ ਕਰਨਾ ਹੈ। ਜੋ ਭਾਗਾ ਤਿਸ ਜੋਨੀ ਫਿਰਨਾ, ਜਿਹੜਾ ਮੈਦਾਨੇ ਜੰਗ ਨੂੰ ਛੱਡ ਕੇ ਭੱਜ ਜਾਂਦਾ ਹੈ, ਕਹਿੰਦੇ ਉਹ ਜੂਨਾਂ ਵਿੱਚ ਭਟਕਦਾ, ਫਿਰ ਉਹ ਬਾਰ-ਬਾਰ ਜੰਮਦਾ, ਉਹ ਮਰਦਾ ਹੈ, ਉਹ ਵੀਰਗਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਜਿਹਨੂੰ ਨਾਮ ਦਾ ਰੰਗ ਲੱਗ ਗਿਆ, ਨਾਮ ਅਭਿਆਸੀ ਬਣ ਗਿਆ, ਅਸਲ ਵਿੱਚ ਉਹ ਫਿਰ ਸੂਰਮਾ ਬਣ ਗਿਆ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕੈ, ਜਾ ਕਾ ਸਤਿਗੁਰ ਪੂਰਾ। ਜੋ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਸਤਿਗੁਰਾਂ ਜੀ ਦੇ ਨਾਲ ਸਿੰਘ ਸੀ, ਚਾਹੇ ਗੁਰੂ ਸਵਾਰਿਓ ਉਹਨਾਂ ਕੋਲ ਦੋਨੇ ਸੀ। ਦੋਨੇ, ਇੱਕ ਤਾਂ ਵੈਸੇ ਵੀ ਉਹ ਸੂਰਮੇ ਸੀ, ਸ਼ਾਸਤਰ ਵਿਦਿਆ ਦਾ ਅਭਿਆਸ ਕਰਦੇ ਸੀ, ਦੂਜਾ ਉਹਨਾਂ ਕੋਲ ਨਾਮ ਬਾਣੀ ਦਾ ਅਭਿਆਸ ਵੀ ਸੀ, ਨਿਤ ਦਾ ਨਿਯਮ ਵੀ ਸੀ, ਨਿਤ ਦਾ ਨਿਯਮ ਵੀ ਨਿਭਾਉਂਦੇ ਸਨ ਅਤੇ ਨਾਮ ਬਾਣੀ ਦਾ ਅਭਿਆਸ ਵੀ ਕਰਦੇ ਸੀ। ਜਿਸ ਕਰਕੇ ਇਕੱਲਾ ਇਕੱਲਾ ਸਿੰਘ 1.25 ਲੱਖ ਨੇ ਜੂਝਣ ਲਈ ਤਿਆਰ ਹੋ ਗਿਆ ਸੀ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜਾ ਸੂਰਮਾ ਹੈ, ਕਹਿੰਦੇ ਉਹਨਾਂ ਤਾਂ ਮੈਦਾਨ ਰਣ ਭੂਮੀ 'ਚ ਮਰਨਾ ਹੀ ਹੈ, ਸ਼ਹੀਦ ਹੋਣਾ ਹੀ ਹੈ। ਜਿਹੜਾ ਕਹਿੰਦੇ ਉਸ ਰਣ ਭੂਮੀ ਨੂੰ ਛੱਡ ਕੇ ਭੱਜ ਗਿਆ, ਕਹਿੰਦੇ ਉਹ ਫਿਰ ਉਹ ਮਰੇਗਾ ਵੀ, ਉਹ ਵੀ ਮਰੇਗਾ ਇੱਕ ਦਿਨ, ਪਰ ਉਹਨਾਂ ਜੂਨਾਂ ਵਿੱਚ ਭਟਕਣਾ, ਉਹ ਵਾਰ-ਵਾਰ ਜੰਮੇਗਾ ਅਤੇ ਵਾਰ-ਵਾਰ ਮਰਨਾ। ਇਸ ਤਰ੍ਹਾਂ ਕਹਿੰਦੇ ਫਿਰਦਾ ਰਹੇਗਾ। ਜੋ ਵਰਤਾਏ ਸੋਈ ਭਲ ਮਾਨੈ, ਬੁਝ ਹੋਰ ਹੁਕਮੈ ਦੁਰਮਤ ਜਾਲੀ ਹੈ। ਸਤਿਗੁਰੂ ਫਿਰ ਕਰਨਾ ਕੀ ਹੈ? ਪਾਤਸ਼ਾਹ ਕਹਿੰਦੇ ਜੋ ਵਰਤਾਏ, ਜੋ ਪਰਮਾਤਮਾ ਕਹਿੰਦੇ ਆਪਣਾ ਭਾਣਾ ਵਰਤਾ ਰਿਹਾ, ਆਪਣਾ ਹੁਕਮ ਵਰਤਾ ਰਿਹਾ ਹੈ, ਪਰਮਾਤਮਾ ਦੇ ਹੁਕਮ ਨੂੰ ਹੀ ਭਲ ਮਾਨੈ, ਭਲਾ ਕਰਕੇ ਮੰਨਣਾ ਹੈ। ਭਾਣਾ ਜੀ, ਭਲਾ ਜੀ, ਭੁੱਲ ਗਿਆ ਜੀ, ਇਸ ਤਰ੍ਹਾਂ ਯਾਦ ਰੱਖਣਾ ਹੈ। ਬੁੱਝ ਹੁਕਮ ਹੈ ਦੁਰਮਤ ਜਾਲੀ ਹੈ। ਸਤਿਗੁਰੂ ਹੁਕਮ ਨੂੰ ਬੁੱਝ ਕੇ ਕੀ ਪ੍ਰਾਪਤ ਹੋਵੇਗਾ? ਸਤਿਗੁਰੂ ਕਹਿੰਦੇ ਜਿਹੜਾ ਮਾਲਕ ਦੇ ਹੁਕਮ ਨੂੰ ਬੁੱਝ ਕੇ ਉਹਦੀ ਪਾਲਣਾ ਕਰਦਾ ਹੈ, ਉਹਦੇ ਅੰਦਰੋਂ ਦੁਰਮਤ ਜਿਹੜੀ ਖੋਟੀ ਮੱਤ ਹੈ, ਭੈੜੀ ਮੱਤ ਹੈ, ਉਹ ਕਹਿੰਦੇ ਜਾਲੀ ਹੈ ਭਾਈ, ਸਾੜੀ ਜਾ ਸਕਦੀ ਹੈ। ਜਿਤ ਜਿਤ ਲਾਭ ਹੈ ਤਿਤ ਤਿਤ ਲੱਗਣਾ, ਕਰ ਕਰ ਵੇਖੈ ਆਪਣੇ ਜਚਨਾ। ਜਿਤ ਜਿਤ ਲਾਭ ਹੈ, ਪਰਮਾਤਮਾ ਵਾਹਿਗੁਰੂ ਨੇ ਜਿਸ ਜਿੱਧਰ ਜਿੱਧਰ ਆਪਣੇ ਹੁਕਮ ਵਿੱਚ ਜੀਵ ਨੂੰ ਲਾਇਆ ਹੋਇਆ ਹੈ, ਤਿਤ ਤਿਤ ਲੱਗਣਾ, ਉੱਧਰ ਉੱਧਰ ਹੀ ਜੀਵ ਉਸੇ ਹੀ ਆਹਾਰਾਂ ਵਿੱਚ ਵੀ ਲੱਗਿਆ ਹੋਇਆ ਹੈ। ਕਰ ਕਰ ਵੇਖੈ ਆਪਣੇ ਜਚਨਾ, ਤੇ ਆਪਣੇ ਜੀਵ ਪੈਦਾ ਕੀਤੇ ਹੋਏ ਇਹਨਾਂ ਨੂੰ ਗੁਰੂ ਕਿਸੇ ਪਾਸੇ ਚੰਗਿਆਈ ਵਾਲੇ ਕੰਮ ਕਰਾ, ਕਿਸੇ ਪਾਸੇ ਬੁਰਾਈ ਬਾਰੇ ਕਰਾ ਰਿਹਾ ਹੈ। ਉਹ ਆਪ ਹੀ ਵਾਹਿਗੁਰੂ ਪੈਦਾ ਕਰਕੇ ਆਪ ਹੀ ਗੁਰੂ ਸਵਾਰੇ ਦੇਖ ਰਿਹਾ ਹੈ। ਨਾਨਕ ਕੇ ਪੂਰਨ ਸੁਖ ਦਾਤੇ, ਤੂੰ ਦੇਹ ਤਾ ਨਾਮ ਸੰਭਾਲੀਐ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ ਕਿ ਨਾਨਕ ਕੇ ਪੂਰਨ ਸੁਖ ਦਾਤੇ, ਨਾਨਕ ਦੇ ਪੂਰਨ ਸੁਖ ਦਾਤੇ, ਸੁੱਖਾਂ ਨੂੰ ਦੇਣ ਵਾਲੇ ਦਾਤੇ ਪ੍ਰਭੂ ਜੀ, ਆਪ ਜੀ ਮੇਰੇ ਉੱਤੇ ਬਖਸ਼ਿਸ਼ ਕਰੋ। ਜੇ ਤੂੰ ਦੇ ਤਾਂ ਨਾਮ ਸੰਭਾਲੀਐ, ਜੇ ਤੂੰ ਬਖਸ਼ਿਸ਼ ਕਰੇ, ਮਿਹਰ ਕਰੇ ਨਾ, ਫਿਰ ਤੇਰੇ ਨਾਮ ਨੂੰ ਸੰਭਾਲਿਆ ਜਾ ਸਕਦਾ ਹੈ। ਭਾਵ ਤੇਰਾ ਨਾਮ ਤੇਰੀ ਕਿਰਪਾ ਦੇ ਨਾਲ ਹੀ ਜਪਿਆ ਜਾ ਸਕਦਾ, ਤੇਰੀ ਕਿਰਪਾ ਦੇ ਨਾਲ ਹੀ ਤੇਰੇ ਨਾਮ ਅੰਮ੍ਰਿਤ ਵੇਲੇ ਉੱਠਿਆ ਜਾ ਸਕਦਾ ਹੈ, ਤੇਰੀ ਕਿਰਪਾ ਦੇ ਨਾਲ ਬਾਣੀ ਪੜ੍ਹੀ ਜਾ ਸਕਦੀ ਹੈ, ਤੇਰੀ ਕਿਰਪਾ ਨਾਲ ਸੇਵਾ ਕੀਤੀ ਜਾ ਸਕਦੀ ਹੈ, ਤੇਰੀ ਕਿਰਪਾ ਦੇ ਨਾਲ ਸਿਮਰਨ ਹੋ ਸਕਦਾ। ਜੇ ਤੂੰ ਕਿਰਪਾ ਨਾ ਕਰੇ ਮਾਲਕਾ, ਫਿਰ ਕੁਝ ਵੀ ਨਹੀਂ ਹੋ ਸਕਦਾ ਹੈ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ, ਅਨੇਕਾਂ ਗਲਤੀਆਂ ਹੋ ਗਈਆਂ ਹੋਣ।